लो बेटे ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਉਹ ਹੈਗਾ ਆਪਣਾ ਮੈਥਮੈਟੀਕਲ ਟੂਲਸ। ਮੈਥਮੈਟੀਕਲ ਟੂਲਸ ਦੇਖੋ ਬੇਟੇ, ਜਿਹੜਾ ਅਸੀਂ ਹੁਣ ਇਸ ਤੋਂ ਬਾਅਦ ਦੋ ਤਰੀਕੇ ਨਾਲ ਡੈਰੀਵੇਸ਼ਨ ਕਰਾਂਗੇ। ਇੱਕ ਤਾਂ ਐਨਾਲਿਟਿਕ ਮੈਥਡ ਅਪਲਾਈ ਕਰਕੇ, ਇੱਕ ਬਾਈ ਯੂਜ਼ਿੰਗ ਗ੍ਰਾਫਸ। ਜਿਹੜਾ ਅਸੀਂ ਐਨਾਲਿਟਿਕ ਯੂਜ਼ ਕਰਾਂਗੇ ਉਹਦੇ ਵਿੱਚ ਸਾਨੂੰ ਕੁਝ ਮੈਥਮੈਟੀਕਲ ਫਾਰਮੂਲੇ ਚਾਹੀਦੇ ਹੋਣਗੇ। ਇਹਦੇ ਵਿੱਚ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਬਾਰੇ ਜਿਹੜਾ ਉਹ ਆਪਾਂ ਪਹਿਲਾਂ ਕਰ ਲਿਆ ਸੀ। ਟ੍ਰਿਗਨੋਮੈਟ੍ਰਿਕ ਫੰਕਸ਼ਨਸ ਜਿਹੜੇ ਉਹ ਬੇਟੇ ਕਿਹੜੀ ਟ੍ਰਾਇੰਗਲ ਦੇ ਵਿੱਚ ਲੱਗਦੇ? ਹਾਂਜੀ ਬੇਟੇ, ਹਾਂਜੀ ਬੇਟੇ, ਰਾਈਟ ਐਂਗਲ ਟ੍ਰਾਇੰਗਲ ਵਿੱਚ। ਠੀਕ ਹੈ ਜੀ, ਇਹ ਆਪਣੇ ਲੱਗਦੇ ਆ ਰਾਈਟ ਐਂਗਲ ਟ੍ਰਾਇੰਗਲ ਦੇ ਵਿੱਚ। ਇਹ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਹੋਇਆ। ਮੰਨ ਲਓ ਇਹ ਆਪਣੇ ਕੋਲ ਕੀ ਹੈ, ਰਾਈਟ ਐਂਗਲ ਟ੍ਰਾਇੰਗਲ ਹੈ। ਲੈਟ ਦਿਸ ਇਜ਼ ਐਂਗਲ ਥੀਟਾ। ਤਾਂ ਯਾਦ ਰੱਖੋ, ਐਂਗਲ ਦੇ ਸਾਹਮਣੇ ਹਮੇਸ਼ਾ ਕਿਹੜੀ ਸਾਈਡ ਹੁੰਦੀ ਹੈ? ਪਰਪੈਂਡੀਕੂਲਰ। ਠੀਕ ਹੈ ਜੀ, ਜਿਵੇਂ ਹੁਣ ਆਪਾਂ ਕਹੀਏ ਵੀ ਜੇਕਰ ਆਹ ਐਂਗਲ ਥੀਟਾ ਤਾਂ ਆਹ ਪਰਪੈਂਡੀਕੂਲਰ ਹੋਏਗਾ ਆਪਣੇ ਕੋਲ, ਆ ਨਹੀਂ ਹੋਏਗਾ। ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹ ਹਮੇਸ਼ਾ ਯਾਦ ਰੱਖਣਾ ਵੀ ਜਿਹੜੀ ਵੀ ਟ੍ਰਾਇੰਗਲ ਤੁਸੀਂ ਰਾਈਟ ਐਂਗਲ ਟ੍ਰਾਇੰਗਲ 'ਚ ਹੈਗੇ ਹੋ, ਜਿਹੜਾ ਵੀ ਐਂਗਲ ਤੁਸੀਂ ਯੂਜ਼ ਕਰ ਰਹੇ ਹੋ ਤਾਂ ਉਸ ਐਂਗਲ ਦੇ ਇਨ ਫਰੰਟ ਆਪਣੇ ਕੋਲ ਕੀ ਹੋਊਗਾ? ਪਰਪੈਂਡੀਕੂਲਰ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਠੀਕ ਹੈ ਜੀ, ਐਂਗਲ ਦੇ ਸਾਹਮਣੇ ਵਾਲੀ ਸਾਈਡ ਆਪਣੇ ਕੋਲ ਕੀ ਇਨ ਫਰੰਟ ਵਾਲੀ ਸਾਈਡ ਪਰਪੈਂਡੀਕੂਲਰ ਹੋਏਗੀ। ਜਿਹੜੀ ਲੌਂਗੈਸਟ ਸਾਈਡ ਹੈ ਬੇਟੇ ਉਹ ਆਪਣੇ ਕੋਲ ਕੀ ਹੋਗੀ? ਹਾਈਪੋਟੀਨਿਊਜ਼। ਜਿਹੜੀ ਥਰਡ ਸਾਈਡ ਬਚ ਗਈ ਆਪਣੇ ਕੋਲ ਕੀ? ਬੇਸ। ਤੇ ਟ੍ਰਿਗਨੋਮੈਟਰੀ ਦੇ ਵਿੱਚ ਅਸੀਂ ਇਹ ਗੱਲ ਪੜ੍ਹੀ ਸੀਗੀ, ਜਿਵੇਂ ਆਪਾਂ ਯਾਦ ਰੱਖਿਆ ਹੋਇਆ ਸੀਗਾ, ਪੰਡਤ ਬਦਰੀ ਪ੍ਰਸਾਦ ਹਰ ਹਰ ਬੋਲੇ। ਜਿਹੜੀ ਪਹਿਲੀ ਟਰਮ ਹੈ ਉਹਨੂੰ ਆਪਾਂ ਕਿਹਾ ਸੀ ਸਾਈਨ ਥੀਟਾ। ਜਿਹੜੀ ਸੈਕਿੰਡ ਟਰਮ ਹੈ ਉਹਨੂੰ ਆਪਾਂ ਕੀ ਕਿਹਾ ਸੀ ਬੇਟੇ? ਕਾਸ ਥੀਟਾ। ਜਿਹੜੀ ਥਰਡ ਆ ਆਪਾਂ ਇਹਨੂੰ ਕੀ ਕਿਹਾ ਸੀਗਾ? ਟੈਂਜੈਂਟ ਥੀਟਾ। ਕਹਿੰਦਾ ਮਤਲਬ ਟੈਂਜੈਂਟ ਥੀਟਾ ਕਿੰਨੇ ਬਰਾਬਰ ਹੈ? ਪਰਪੈਂਡੀਕੂਲਰ ਬਾਈ ਬੇਸ। ਕਾਸ ਥੀਟਾ ਕਿੰਨੇ ਬਰਾਬਰ ਹੈ? ਬੇਸ ਬਾਈ ਹਾਈਪੋਟੀਨਿਊਜ਼। ਸਾਈਨ ਥੀਟਾ ਪਰਪੈਂਡੀਕੂਲਰ ਬਾਈ ਹਾਈਪੋਟੀਨਿਊਜ਼। ਇਹ ਤੁਸੀਂ ਛੋਟੀਆਂ ਕਲਾਸਾਂ ਦੇ ਵਿੱਚ ਵੀ ਕੀਤਾ ਹੋਇਆ। ਠੀਕ ਹੈ ਜੀ, ਟ੍ਰਿਗਨੋਮੈਟ੍ਰਿਕ ਜਿਹੜੀਆਂ ਵੈਲਿਊਜ਼ ਅਸੀਂ ਕੈਲਕੂਲੇਟ ਕਰਨੀਆਂ ਉਹਦੇ ਵਾਸਤੇ ਇੱਕ ਟੇਬਲ ਜਿਹੜਾ ਮੈਂ ਤੁਹਾਨੂੰ ਯਾਦ ਕਰਾਇਆ ਸੀਗਾ। ਠੀਕ ਹੈ ਜੀ, ਉਹ ਟੇਬਲ ਦੇ ਵਿੱਚ ਆਪਾਂ ਇਸ ਤਰ੍ਹਾਂ ਨਾਲ ਲਿਖਿਆ ਸੀ ਵੀ ਮੰਨ ਲਓ ਸਾਈਨ ਥੀਟਾ, ਕਾਸ ਥੀਟਾ ਤੇ ਟੈਂਜੈਂਟ ਥੀਟਾ। ਠੀਕ ਹੈ, ਇੱਥੇ ਆਪਾਂ ਲਿਖਿਆ 0 ਡਿਗਰੀ, 30 ਡਿਗਰੀ, 45 ਡਿਗਰੀ, 60 ਡਿਗਰੀ ਤੇ 90 ਡਿਗਰੀ। ਕੀ ਲਿਖਿਆ ਸੀ ਬੇਟੇ ਫਾਰਮੂਲਾ? ਕੀ ਯਾਦ ਕਰਾਇਆ ਸੀ ਬੇਟੇ? ਪਹਿਲੇ ਦੇ ਥੱਲੇ ਲਿਖੋ 0, ਲਾਸਟ ਵਾਲੇ ਥੱਲੇ ਲਿਖੋ 1, ਵਿੱਚ ਲਿਖੋ 113 ਬਟਾ 222 ਬਟਾ 222। ਇਹਦੇ ਸਕੁਅਰ ਰੂਟ ਲਾ ਦਿਓ, ਇਹਦੇ ਤੇ ਸਕੁਅਰ ਰੂਟ ਲਾ ਦਿਓ। ਜੇ ਤੁਸੀਂ ਯਾਦ ਕਰ ਲਓਗੇ ਵੈਲਿਊਜ਼ ਤਾਂ ਬਹੁਤ ਜ਼ਿਆਦਾ ਵਧੀਆ। ਬਾਕੀ ਜੇ ਨਹੀਂ ਯਾਦ ਹੁੰਦੀਆਂ ਤਾਂ ਵਿਦ ਇਨ ਫਰੈਕਸ਼ਨ ਆਫ ਸੈਕਿੰਡ ਤੁਸੀਂ 1 ਮਿੰਟ ਦੇ ਵਿੱਚ ਆਪਦੇ ਪੇਪਰ ਦੀ ਬੈਕ ਸਾਈਡ ਤੇ ਲਿਖ ਕੇ ਉਹਨੂੰ ਯੂਜ਼ ਕਰ ਸਕਦੇ ਹੋ। ਕਲੀਅਰ ਹੋਇਆ ਕਿ ਨਹੀਂ? ਪਹਿਲੇ ਤੇ 0 ਲਿਖੋ, ਲਾਸਟ ਵਾਲੇ ਤੇ ਕੀ ਲਿਖੋ? 1, ਵਿੱਚ ਲਿਖੋ 113 ਬਟਾ 222। ਇੱਥੇ ਸਕੁਅਰ ਰੂਟ ਲਾਓ, ਇੱਥੇ ਸਕੁਅਰ ਰੂਟ ਲਾਓ। ਇਸ ਨੂੰ ਉਲਟਾ ਦਿਓ, ਲਾਸਟ ਵਾਲੀ ਟਰਮ ਪਹਿਲਾਂ ਲਿਖ ਲਓ, ਇੱਥੇ 1 ਲਿਖ ਦਿਓ, ਫਿਰ ਆਹ ਵਾਲੀ ਟਰਮ ਲਿਖੋ √3/2। ਅਪੋਜ਼ਿਟ ਸੀਕੁਐਂਸ ਦੇ ਵਿੱਚ ਲਿਖਤਾ ਆਪਾਂ। ਠੀਕ ਹੈ ਜੀ, ਇੱਥੇ 1/2 ਤੇ ਇੱਥੇ 0। ਇਹ ਵੈਲਿਊਜ਼ ਆ ਗਈਆਂ ਆਪਣੇ ਕੋਲ ਕਾਸ ਦੀਆਂ। ਹੁਣ ਟੈਂਜੈਂਟ ਥੀਟਾ ਕੀ ਹੁੰਦਾ ਬੇਟੇ? ਉਹ ਹੁੰਦਾ ਸਾਈਨ ਥੀਟਾ ਬਾਏ ਕਾਸ ਥੀਟਾ। ਇਹਦੇ ਬਰਾਬਰ ਹੁੰਦਾ ਬੇਟੇ ਸਾਈਨ ਥੀਟਾ ਬਾਏ ਕਾਸ ਥੀਟਾ। ਠੀਕ ਹੈ ਜੀ, 0 ਡਿਵਾਈਡ ਬਾਈ 1 ਕਿੰਨਾ ਆ ਗਿਆ? 0 ਆ ਗਿਆ। 1/√2 ਡਿਵਾਈਡ ਬਾਈ √3/2 ਕਿੰਨਾ ਆ ਗਿਆ ਬੇਟੇ ਆਪਣੇ ਕੋਲੇ? 1/√3। ਇਹ ਸੇਮ ਟਰਮ ਹੈ ਕੱਟੀ ਗਈ। ਇੱਥੇ ਆਪਣੇ ਕੋਲ ਕੀ ਆ ਗਿਆ? 1। ਇਹਨੂੰ ਆਪਾਂ ਡਿਵਾਈਡ ਕੀਤਾ ਤਾਂ ਆਪਣੇ ਕੋਲ ਕੀ ਆ ਗਿਆ? √3 ਤੇ 1/0 ਆਪਣੇ ਕੋਲ ਕੀ ਹੈ? ਨਾਟ ਡਿਫਾਈਨਡ।
क्योंकि 1/0 है जोड़ा वो असीं कैलकुलेट नहीं कर सकते, वो अपने को की है नॉट डिफाइंड। ये सी अपने को बेसिक वैल्यूज जिहड़ियां साडे कोल आ गई। ठीक है जी। इस तरह नाल कुछ एक दो वैल्यूज है मान लो जी स्टैंडर्ड साडे कोल यूज होंदी है। मान लो आप एक राइट एंगल ट्रायंगल बनाइए, एक साइड साडे कोल होवे 3, एक होवे 4, लास्ट वाली साइड अपने कोल कितनी आ जाएगी 5। मान लो आ साइड अपने कोल कितनी है 3 है, आ साइड अपने कोल 4 है। ठीक है जी। तो ਆਪਾਂ ਨੂੰ पता भी आप पाइथागोरस थ्योरम ला ਦਿੰਦੇ ਹੁੰਦੇ ਸੀਗੇ ਆ ਟਰਮ ਕੱਢਣ ਦੇ ਲਈ। बेस का स्केयर परपेंडिकुलर का स्केयर 10 स्केयर रूट कितना आ जू बेटे 3 का स्केयर प्लस 4 का स्केयर 10 स्केयर रूट कितना बन गया 25। 9 प्लस 16 कितनी आ गई आ साइड अपने को कितनी आ गई 5। ठीक है जी। तो इस तरह के ट्रायंगल ਦੇ ਵਿੱਚ ਤੁਸੀਂ याद रखना है ਜਿਹੜਾ ਆ 3 ਦੇ अपोजिट एंगल है वो ਹੁੰਦਾ 37 डिग्री। सिर्फ इस ट्रायंगल वास्ते जिंदे एक साइड 3 है, एक 4 है, एक 5 है। ठीक है जी। तो जी 4 के अपोजिट है लॉन्ग साइड है। हम देखो तिना का जोड़ कितना होना चाहिए 180 होना चाहिए ना बेटे। जो सम ऑफ दी एंगल्स ऑफ ए ट्रायंगल अपने को कितना होंगे 180 डिग्री। आ तो अपने को 90 हैगा ही हैगा। इन्ना मतलब इन्होंने दोवों का सम भी की होना चाहिए 90 होना चाहिए ना ही 90 प्लस 90 इज इक्वल टू 180 आएगा। दसो बेटे ये पॉइंट क्लीयर होया कि नहीं होया। हाँ जी बेटे आवाज आ रही है। ठीक है। याद रख लेना भी जो 3 है 3 के अपोजिट जो एंगल होंगे 37 डिग्री होंगे, जो 4 के अपोजिट है अपने को कितना होगा 53 डिग्री। तो 50 33 80 7 3 10 90 हो गए दोनों का जो। क्लीयर हो गया कि नहीं हो गया। ये देखो मैं इनू क्यों लिखा एक दो थाई मतलब कि जो कंपीटीशन के पॉइंट ऑफ व्यू नाल आम नहीं अपने को कंपीटीशन के पॉइंट ऑफ व्यू नाल इस तरह की मान लो अपने को राइट एंगल ट्रायंगल दी हुई है। ठीक है जी। आ एंगल मान लो अपने को दिता है 37 डिग्री। अपन पता भी आ साइड की होगी 3 होगी, अपने को 4 ते आऊगी 5। तो कैलकुलेट करने लिए अपन कहते भी साइन 37 डिग्री की वैल्यू कैलकुलेट करो। किसी न्यूमेरिकल च आ जाता। तो अपन पता भी परपेंडिकुलर बाय हाइपोटेन्यूज एंगल के सामने अपने को आ परपेंडिकुलर है, आ हाइपोटेन्यूज है। इनकी वैल्यू कितनी आ गई बेटे अपने को 3/5। क्लीयर होया कि नहीं होया बेटे। अदरवाइज अपने को स्टैंडर्ड वैल्यूज तो हैगी ही हैगी। इन्हें मतलब जो मैं आ वैल्यू कैलकुलेट करूंगा साइन 37 की तो आ जाऊगी। सिमिलरली मैं कॉस 37 की वैल्यू जो कैलकुलेट करूंगा कॉस की होंगे बेस बाय हाइपोटेन्यूज। तो बेस अपने को की है 4 तो वैल्यू आ गई 4/5। जे आप टेंजेंट 37 की वैल्यू कैलकुलेट करिए तो अपने को की आऊगी परपेंडिकुलर बाय बेस 3/4। दसो बेटे आ पॉइंट क्लीयर होया कि नहीं होया। क्लीयर होया कि नहीं होया बेटे। ये याद रखना 37 वाली साइड सामने 3 है, 4 वाली इतने अपने को की है 53। हम आप एक ही एंगल के हिसाब से चलना होंगे। आप इनके हिसाब से कैलकुलेशन की। मान लो नैक्सट अपने को की है यही आप कहीए भी इक्वेशन अपने को जी आई है राइट एंगल ट्रायंगल जी अपने को बनी है। उनके एंगल अपने को 53 की वैल्यू कढ़ने लिए कहता 53 डिग्री। तो अपन पता है इनके सामने वाली साइड की होगी 4 होगी, इधर अपने को की होगी 3 तो लॉन्गेस्ट साइड अपने को 5। अपन कहे कैलकुलेट दी वैल्यू ऑफ साइन 53 डिग्री। हम साइन की होंगे परपेंडिकुलर बाय हाइपोटेन्यूज। तो कितनी वैल्यू आएगी बेटे एंगल के सामने की होंगे परपेंडिकुलर ये अपने बेस क्या साइड अपने को की हाइपोटेन्यूज। तो वैल्यू कितनी आई बेटे 4/5। शाबाश बेटे। सिमिलरली व्हाट इज द वैल्यू ऑफ cos 53 डिग्री। पंडित बद्री प्रसाद हर हर बोले बेस कितना बेटे 3/5। क्लियर है बेटे। Similarly, if we calculate the value of tangent 53 and we know that it is equal to perpendicular by base, perpendicular is 4, base is 3.
सो दीज आर दी वैल्यूज ऑफ 53 डिग्री। ये दो स्टैंडर्ड वैल्यूज है, ਉਹਨਾਂ ਤੋਂ ਬਿਨਾ 37 ਡਿਗਰੀ ਤੇ 53 ਡਿਗਰੀ ਦੀਆਂ ਜਿਹੜੀਆਂ ਆਪਣੇ ਕੋਲ ਯੂਜ਼ ਹੋ ਜਾਂਦੀਆਂ। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਠੀਕ ਹੈ ਜੀ, ਇਹ ਆਪਾਂ ਪਹਿਲਾਂ ਕੀਤਾ ਹੋਇਆ। ਨੈਕਸਟ ਆਪਣੇ ਕੋਲ ਕੀ ਹੈ? ਕੁਆਡਰੈਂਟਸ। ਕੁਆਡਰੈਂਟਸ ਦਾ ਮਤਲਬ, ਕੁਆਡ ਦਾ ਮਤਲਬ ਹੁੰਦਾ ਚਾਰ। ਚਾਰ ਆਪਾਂ ਜਿਹੜਾ ਵੀ ਐਂਗਲ ਆਪਣੇ ਕੋਲ ਇੱਕ ਸਰਕਲ ਦੇ ਵਿੱਚ ਹੈਗਾ 360 ਡਿਗਰੀ ਜਾਂ ਓਵਰਆਲ ਜਿਹੜਾ ਆਪਣੇ ਕੋਲ ਹੈਗਾ, ਆਪਾਂ ਉਹਨੂੰ ਚਾਰ ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਫਸਟ ਕੁਆਡਰੈਂਟ ਹੈ, ਇਹ ਸੈਕੰਡ ਕੁਆਡਰੈਂਟ ਹੈ, ਦਿਸ ਇਜ਼ ਦੀ ਥਰਡ ਕੁਆਡਰੈਂਟ ਐਂਡ ਦਿਸ ਇਜ਼ ਦੀ ਫੋਰਥ ਕੁਆਡਰੈਂਟ। 90 ਦੀ ਸੈਪਰੇਸ਼ਨ ਕੀਤੀ ਹੈ, ਮਤਲਬ ਪਹਿਲੇ ਦੇ ਵਿੱਚ ਕੀ 0 ਤੋਂ ਲੈ ਕੇ 90 ਤੱਕ, ਇੱਥੇ 90 ਟੂ 180 ਤੱਕ, ਇੱਥੇ 180 ਟੂ 270, ਇੱਥੇ 270 ਟੂ 360 ਡਿਗਰੀ। क्लियर होएगा नहीं है बेटे? in the first quadrant all positive, पहले ਦੇ ਵਿੱਚ ਆਪਣੇ ਕੋਲ ਕੀ ਬੇਟੇ? all positive। all positive ਦਾ ਮਤਲਬ ਕੀ ਹੈ? ਇੱਥੇ ਸਾਈਨ ਵੀ ਪੋਜ਼ਿਟਿਵ ਹੋਊਗਾ, ਇੱਥੇ cos ਵੀ ਪੋਜ਼ਿਟਿਵ ਤੇ ਇੱਥੇ ਟੈਂਜੈਂਟ ਵੀ ਪੋਜ਼ਿਟਿਵ ਹੋਊਗੀ। ਸੈਕੰਡ ਚ ਕੌਣ ਹੁੰਦਾ ਬੇਟੇ? ਆਪਾਂ ਕੀਤਾ ਸੀ ਬੇਟੇ ਉਦੋਂ ਸਾਈਨ ਪੋਜ਼ਿਟਿਵ। ਇਹਦਾ ਮਤਲਬ ਇੱਥੇ cos ਕੀ ਹੋਊਗਾ ਬੇਟੇ? ਨੈਗੇਟਿਵ ਹੋਊਗਾ ਤੇ ਟੈਂਜੈਂਟ ਵੀ ਕੀ ਹੋਏਗਾ? ਨੈਗੇਟਿਵ ਹੋਏਗਾ। ਸਕੂਲ ਟੂ ਕਾਲਜ, ਸਕੂਲ ਟੂ ਕਾਲਜ, ਸਕੂਲ ਤੋਂ ਬਾਅਦ ਆਪਾਂ ਕਿੱਥੇ ਜਾਂਦੇ ਹਾਂ? ਕਾਲਜ। ਯਾਦ ਰੱਖਣ ਦਾ ਤਰੀਕਾ, ਸਕੂਲ ਟੂ ਕਾਲਜ। ਪਹਿਲੇ ਦੇ ਵਿੱਚ ਕੀ ਹੈ? ਆਲ ਪੋਜ਼ਿਟਿਵ ਹੈ। ਸੈਕੰਡ ਕੁਆਡਰੈਂਟ ਚ ਕੀ ਹੈ? ਐਸ ਸਾਈਨ ਪੋਜ਼ਿਟਿਵ। ਥਰਡ ਕੁਆਡਰੈਂਟ ਚ ਟੀ ਟੈਂਜੈਂਟ ਤੇ ਥਰਡ ਦੇ ਵਿੱਚ ਕੀ ਹੈ? ਕਾਸ। ਬਾਕੀ ਜਿਹੜੀਆਂ ਸਾਰੀਆਂ ਟਰਮਸ ਹੋਣਗੀਆਂ ਉਹ ਆਪਣੇ ਕੋਲ ਕੀ ਹੋਣਗੀਆਂ? ਨੈਗੇਟਿਵ ਹੋਣਗੀਆਂ। ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਵੀ 90 ਡਿਗਰੀ ਐਂਡ 270 ਡਿਗਰੀ ਇਹਨਾਂ ਤੇ ਆਪਣੇ ਕੋਲ ਕੀ ਆਉਂਦੀ? ਚੇਂਜ। ਸਾਈਨ ਕਿਹਦੇ ਵਿੱਚ ਕਨਵਰਟ ਹੋ ਜਾਂਦਾ ਬੇਟੇ? ਕਾਸ ਦੇ ਵਿੱਚ। ਕਾਸ ਕਿਹਦੇ ਵਿੱਚ ਚੇਂਜ ਹੋ ਜਾਂਦਾ? ਸਾਈਨ ਦੇ ਵਿੱਚ। ਠੀਕ ਹੈ ਜੀ, ਉਵੇਂ ਆਪਣੇ ਕੋਲ ਕੀ ਹੈ? ਟੈਂਜੈਂਟ ਕਿਹਦੇ ਵਿੱਚ ਕਨਵਰਟ ਹੋ ਜਾਂਦਾ? ਕੋਟੈਂਜੈਂਟ ਦੇ ਵਿੱਚ। ਤੇ ਕੋਟੈਂਜੈਂਟ ਕਿਹਦੇ ਵਿੱਚ ਕਨਵਰਟ ਹੋ ਜਾਂਦਾ? ਟੈਂਜੈਂਟ। ਸਿਕੈਂਟ ਕੋ ਸਿਕੈਂਟ ਆਪੋਜ਼ਿਟ ਵੀ ਆਪਣੇ ਕੋਲ ਹੈਗੇ ਆ, ਉਹ ਤੁਹਾਨੂੰ ਕਲੀਅਰ ਹੈ ਨਾ ਬੇਟੇ? ਰਿਵਰਸ 1/sin ਥੀਟਾ ਕਿਹਨੂੰ ਬਰਾਬਰ ਹੁੰਦਾ ਬੇਟੇ? ਕੋਸਿਕੈਂਟ ਥੀਟਾ। ਯਾਦ ਰੱਖਿਓ ਟਰਮ। 1/cos ਥੀਟਾ ਕਿਹਦੇ ਬਰਾਬਰ ਹੁੰਦਾ ਬੇਟੇ? ਹਾਂਜੀ, ਤੇ 1/tangent ਥੀਟਾ ਕਿਹਦੇ ਬਰਾਬਰ ਹੁੰਦਾ? ਇਹ ਯਾਦ ਰੱਖਿਓ ਬੇਟੇ। ਠੀਕ ਹੈ, ਇਹ ਚੇਂਜ ਆਉਂਦੀ ਕਿਹਦੇ ਤੇ? 90 ਡਿਗਰੀ ਤੇ 270 ਡਿਗਰੀ ਤੇ ਕਿਹਦੇ ਤੇ ਚੇਂਜ ਨਹੀਂ ਆਉਂਦੀ? ਉਹ ਹੈਗਾ 180 ਡਿਗਰੀ ਤੇ 360 ਤੇ। 180 ਡਿਗਰੀ ਤੇ 360 ਤੇ ਕੀ ਹੈ? ਨੋ ਚੇਂਜ। ਦੋਵੇਂ ਯਾਦ ਨਹੀਂ ਰੱਖੀ ਤੇ, ਜੇ ਦੋਵੇਂ ਯਾਦ ਰੱਖੋਗੇ ਤਾਂ ਭੁੱਲ ਜਾਓਗੇ। ਸਿਰਫ ਇੱਕ ਯਾਦ ਰੱਖੀਦਾ ਵੀ 90 ਤੇ 270 ਤੇ ਚੇਂਜ ਆਉਂਦੀ ਹੈ, ਮਤਲਬ ਜਿਹੜਾ ਰਹਿ ਗਿਆ ਉਹਦੇ ਤੇ ਨਹੀਂ ਆਉਂਦੀ। ਠੀਕ ਹੈ, ਜੇ ਮੰਨ ਲਓ ਆਪਾਂ ਕੋਈ ਐਗਜ਼ਾਮਪਲ ਕਰੀਏ, ਆਪਾਂ ਵੈਲਿਊ ਕੈਲਕੂਲੇਟ ਕਰਨੀ ਹੈ, ਮੰਨ ਲਓ ਸਾਈਨ 120 ਡਿਗਰੀ, ਕਿਹਦੀ ਵੈਲਿਊ ਕੈਲਕੂਲੇਟ ਕਰਨੀ ਬੇਟੇ ਆਪਾਂ? ਸਾਈਨ 120 ਡਿਗਰੀ। ਕਿਵੇਂ ਕੈਲਕੂਲੇਟ ਕਰਾਂਗੇ ਬੇਟੇ? ਇਹਨੂੰ ਕੀ ਲਿਖ ਸਕਦੇ ਹਾਂ ਆਪਾਂ? ਹੁਣ ਆਪਣੇ ਕੋਲੇ ਨੋਨ ਵੈਲਿਊਜ਼ ਜਿਹੜੀਆਂ ਹੈਗੀਆਂ, ਵੇਖੋ 0 ਡਿਗਰੀ ਦੀ ਵੈਲਿਊ ਸਾਨੂੰ ਪਤਾ, 30 ਡਿਗਰੀ ਦੀ ਵੈਲਿਊ ਸਾਨੂੰ ਪਤਾ, 45 ਡਿਗਰੀ ਦੀ ਵੈਲਿਊ ਸਾਨੂੰ ਪਤਾ, 60 ਦੀ ਪਤਾ ਤੇ 90 ਦੀ ਪਤਾ। ਤਾਂ ਆਪਣੀ ਕੋਸ਼ਿਸ਼ ਕੀ ਹੁੰਦੀ ਹੈ ਵੀ ਇਹਨਾਂ ਨੂੰ ਬ੍ਰੇਕ ਕਰਕੇ ਇਹਦੇ ਟਰਮ ਦੇ ਵਿੱਚ ਹੀ ਬਣਾਇਆ ਜਾਵੇ ਤੇ ਟੇਬਲ ਦੇ ਵਿੱਚੋਂ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਤਾਂ ਇਹਨੂੰ बेटे आवाज आ रही है? बेटे मेरी आवाज आ रही है? हेलो, आ रही है ना?
लो बेटे ये मैथमेटिकल टूल्स है। आप गल कर रहे थे साइन ऑफ 120 डिग्री, इनू आप की लिख सकते हैं साइन ऑफ 90 डिग्री प्लस 30 डिग्री। हुण आपां नूं पता 90 ते चेंज आउंदी है, ਇਹਦਾ मतलब साइन ऑफ 120 डिग्री की जी असी वैल्यू कैलकुलेट कर रहे हैं, जिन्हों आप ये लिखे 90 प्लस 30, 90 तो चेंज आती है, साइन का की बन जूगा बेटे कॉस 30 डिग्री, कितना बन जू कॉस 30 डिग्री, क्योंकि 9 तो चेंज के चला गया। हुण इत्थे आप साइन देखना भी पॉजिटिव आऊगा कि नैगेटिव। 90 प्लस किहड़ा क्वाड्रेंट आ गया बेटे 90 प्लस फर्स्ट क्वाड्रेंट हुंदा 90 तक, पहले दे विच ऑल पॉजिटिव है, स्कूल टू कॉलेज, इत्थे 90 तक, इत्थे 180, इत्थे 270, इत्थे 360। 90 प्लस किहड़ा क्वाड्रेंट बन गया बेटे, इत्थे तो 90 तक है, सैकेंड क्वाड्रेंट किहड़ा बन गया सैकेंड। सैकेंड दे विच कौन पॉजिटिव है बेटे साइन, आप भी किंदे ते कैलकुलेशन कर रहे हैं साइन ते ना, इसलिए इत्थे साइन काहदा आएगा पॉजिटिव। दसो बेटे क्लीयर होया कि नहीं होया, ठीक है। ਹੁਣ ਆਪਣੇ ਕੋਲ cos 30 डिग्री की वैल्यू आप कैलकुलेट करके जी वैल्यू भर सकते हैं, ਉਹੀ वैल्यू अपने को कितनी होगी साइन 120 डिग्री की वैल्यू कहते बराबर होगी साइन cos 30 डिग्री। कर लोगे बेटे, ठीक है जी। वैल्यूज पता है तो ठीक है, नहीं तो इस तरह लिखे छेती छेती 113 बटा 222, ठीक है। जी आ वैल्यू है 60 डिग्री की साइन की, वो cos की कितनी वैल्यू होगी 30 की होगी, मतलब इतने वैल्यू कितनी आ जाएगी √3/2। दसो बेटे पॉइंट क्लीयर होया कि नहीं होया, ठीक है। ये सी अपने को ट्रिग्नोमैट्रिक फंक्शन तुसी सारे अपने आप देख लेने। नैक्सट जो आपां नूं अज दे टॉपिक वास्ते चाहिए सी टर्म, वो अपने को डिफरेंशिएशन, डिफरेंशिएशन, ठीक है जी। या आप इनू कह दें डेरीवेटिव, की कह दें बेटे आप इनू डेरीवेटिव, ठीक है जी। डेरीवेटिव का मतलब की है भी अपने को किसी एलीमेंट के स्मॉल चेंज आ रही है किसी वेरीएबल के वैल्यू आप की करनी है, वो चेंज नू जीरो करके किसी एक पॉइंट के उपर वैल्यू कैलकुलेट करनी हो तो उन्होंने आप ये कह दें डिफरेंशिएशन। जिवें आप स्लोप कैलकुलेट की आर्टिकल दे विच, इन्हां दे डेफिनेशन ज़्यादा आपां जरूरी नहीं है, आपां जी चीज़ जरूरी है वैल्यूज, ठीक है। जिवें मान लो आप इस तरह नाल अपने को कोई बनाया ग्राफ, तो स्लोप कैलकुलेट करने के लिए आप की कीता सी, कोई दो पॉइंट ले ले, इस पॉइंट तो परपेंडिकुलर ड्रॉ करते, इधरों इस पॉइंट तो परपेंडिकुलर ड्रॉ करते, ठीक है जी। इधर आप वैल्यू कैलकुलेट की थी, स्लोप का मतलब की होंगे, इस पॉइंट से आप ड्रॉ किया टेंजेंट, हाँ एंगल सी थीटा, थीटा अपने को दसदा स्लोप। स्लोप आप किवें कैलकुलेट करते हैं बेटे, उस की कैलकुलेट करते हैं टेंजेंट थीटा, ठीक है। हुण मान लो आ एक्स एक्सिस है, वाई एक्सिस है, तो आ एक्स एक्सिस की चेंज होगी, इनू मैं डेल्टा एक्स लिख लिया, आ वाई एक्सिस की चेंज है तो आ टर्म नू मैं की लिख लिया डेल्टा वाई। एंगल के सामने की होंगे परपेंडिकुलर, आ अपने को की बेस, इहदा मतलब स्लोप की आ गई बेटे डेल्टा वाई बाय डेल्टा एक्स। क्लीयर होया कि नहीं होया, इत्थे आप वेलोसिटी ले लीए या डिसप्लेसमेंट ले लीए तो एक्स बाय टी बन जाता सी, इत्थे आप टी लेंदे सी, तो एक्स बाय टी अपने को आप की कहंदे सी एक्स टी ग्राफ दे विच स्लोप की रिप्रजेंट करती है वेलोसिटी, कीता सी ना बेटे आप रिवाइज करते जाओ, नहीं तो अगे अगे चले जावांगे कोई फायदा नहीं होगा। हुण डिफरेंशिएशन का मतलब की है, आप एक वैल्यू कैलकुलेट की थी बेटे इंस्टंटेनियस वैल्यू, याद है कि नहीं, इंस्टंटेनियस वैल्यू वेलोसिटी की एक्सलेरेशन की, तो उहदे च असीं आह गल कही सी भी इहदे च कंडीशन लाउंदे सी लिमिट डेल्टा टी अप्रोचिस टू जीरो, इत्थे आपां लिखदे सीगे डेल्टा एक्स बाय डेल्टा टी,
ਜਿਹੜਾ ਟਾਈਮ ਇੰਟਰਵਲ ਬਹੁਤ ਜ਼ਿਆਦਾ ਛੋਟਾ ਹੋ ਜਾਏ ਤਾਂ ਅਸੀਂ ਇਹਨੇ ਇਸ ਤਰ੍ਹਾਂ ਨਾਲ ਲਿਖਣ ਲੱਗ ਜਾਂਦੇ ਸੀ dx/dt। ਤਾਂ ਇਸ ਚੀਜ਼ ਨੂੰ ਆਪਾਂ ਕਹਿੰਦੇ ਡਿਫਰੈਂਸ਼ੀਏਸ਼ਨ। ਹੁਣ ਇਸ ਚੀਜ਼ ਨੂੰ ਜੇ ਮੈਂ ਡਿਫਰੈਂਸ਼ੀਏਸ਼ਨ ਚ ਕਨਵਰਟ ਕਰਨਾ ਇਹਦਾ ਮਤਲਬ ਮੇਰੇ ਕੋਲ ਇੱਥੇ ਲਿਮਿਟ ਜਦੋਂ ਮੈਂ ਪੁੱਟ ਕਰ ਦੂੰਗਾ ਡੈਲਟਾ ਐਕਸ ਅਪਰੋਚਿਸ ਟੂ 0 ਡੈਲਟਾ ਵਾਈ ਬਾਏ ਡੈਲਟਾ ਐਕਸ, ਤੇ ਮੇਰੇ ਕੋਲ ਕੀ ਬਣ ਜਾਊਗਾ ਬੇਟੇ, ਬਣ ਜਾਊਗਾ dy/dx। ਇਹਦਾ ਮਤਲਬ ਬੇਸਿਕਲੀ ਡਿਫਰੈਂਸ਼ੀਏਸ਼ਨ ਆਪਣੇ ਕੋਲ ਕੀ ਦੱਸਦਾ ਹੈ, ਇਹ ਦੱਸਦਾ ਵੈਲਿਊ ਆਫ ਏ ਫੰਕਸ਼ਨ ਐਟ ਅ ਸਿੰਗਲ ਪੁਆਇੰਟ। ਇੱਕ ਪੁਆਇੰਟ ਦੇ ਉੱਪਰ ਉਹਦੀ ਵੈਲਿਊ ਹੈ ਜਿਹੜੀ ਉਹ ਕਿਸ ਤਰ੍ਹਾਂ ਦੀ ਆਪਣੇ ਕੋਲ ਹੈਗੀ ਹੈ, ਜਾਂ ਕਹੋ ਵੀ ਆਪਣੇ ਕੋਲ ਇਹ ਲਿਮਿਟ ਪੁੱਟ ਕਰ ਦਿੰਦਾ ਵੀ ਜਿਹੜਾ ਤੁਹਾਡੇ ਕੋਲ ਡਿਨੋਮੀਨੇਟਰ ਹੈ ਉਹਦੀ ਵੈਲਿਊ ਕੀ ਹੋਣੀ ਚਾਹੀਦੀ ਹੈ, ਅਪਰੋਚਿਸ ਟੂ 0। ਠੀਕ ਹੈ, ਇਹ ਬੇਸਿਕ ਡੈਫੀਨੇਸ਼ਨ ਸੀ। ਆਪਾਂ ਨੂੰ ਡੈਫੀਨੇਸ਼ਨ ਨਾਲ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ, ਆਪਾਂ ਇੱਥੇ ਕਰਨਾ ਕੀ ਹੈਗਾ, ਡਿਫਰੈਂਸ਼ੀਏਸ਼ਨ ਦੇ ਫਾਰਮੂਲੇ ਜਿਹੜੇ ਅਸੀਂ ਉਹ ਕਰਨੇ ਆ। ਠੀਕ ਹੈ, ਇਹਨੂੰ ਧਿਆਨ ਨਾਲ ਜਿਹੜਾ ਆਪਾਂ ਹੁਣ ਟਰਮ ਕਰਾਂਗੇ ਇਹਨੂੰ ਧਿਆਨ ਨਾਲ ਦੇਖੋ। ਲੈਟ ਅਸ ਟੇਕ ਅ ਫੰਕਸ਼ਨ, ਕੋਈ ਵੀ ਆਪਾਂ ਫੰਕਸ਼ਨ ਲਿਆ ਐਫ। ਠੀਕ ਹੈ ਜੀ, ਕੋਈ ਫੰਕਸ਼ਨ ਹੈ ਆਪਣੇ ਕੋਲ ਐਫ, ਇਹਦੀ ਵੈਲਿਊ ਕੀ ਹੋ ਸਕਦੀ ਹੈ, ਮੰਨ ਲਓ ਆਪਾਂ ਇਹਨੂੰ ਡਿਫਰੈਂਸ਼ੀਏਟ ਕਰਨਾ ਚਾਹੁੰਦੇ ਐਫ ਆਫ ਐਕਸ ਹੈ, ਮੰਨ ਲਓ ਇਹਦੀ ਵੈਲਿਊ ਹੈਗੀ ਕਾਂਸਟੈਂਟ। ਕਾਂਸਟੈਂਟ ਦਾ ਮਤਲਬ ਸੀ, ਜਾਂ ਇਹ ਕਰ ਜਿਵੇਂ 5 7 8 10 ਕੋਈ ਵੀ ਵੈਲਿਊ ਹੋ ਸਕਦੀ ਹੈ ਜਿਹੜੀ ਕਾਂਸਟੈਂਟ ਹੋਵੇ। ਠੀਕ ਹੈ ਜੀ, ਇਹਨੂੰ ਆਪਾਂ ਕਹਿਤਾ ਵੀ ਇਸ ਤਰ੍ਹਾਂ ਨਾਲ ਡਿਨੋਟ ਕਰਤਾ ਵੀ ਫੰਕਸ਼ਨ ਹੈ ਜਿਹੜਾ y ਇਜ਼ ਇਕੁਅਲ ਟੂ ਐਫ ਐਕਸ ਇਜ਼ ਇਕੁਅਲ ਟੂ ਕਾਂਸਟੈਂਟ। ਇਹਦਾ ਮਤਲਬ ਕੀ ਹੈ, ਜਿਹੜਾ y ਜਿਹੜਾ x ਹੈ ਜਦੋਂ ਅਸੀਂ ਉਹਦੀ ਵੈਲਿਊ ਪੁੱਟ ਕਰਦੇ ਹਾਂ ਤਾਂ y ਦੀਆਂ ਵੈਲਿਊ ਸਾਡੇ ਕੋਲ ਆਉਂਦੀਆਂ। ਤਾਂ x ਆਪਣੇ ਕੋਲ ਕੀ ਹੈ, ਇੰਡੀਪੈਂਡੈਂਟ ਵੇਰੀਏਬਲ ਹੈ, ਜਿਹੜਾ y ਹੈ ਸਾਡੇ ਕੋਲ ਉਹ ਡਿਪੈਂਡੈਂਟ ਵੇਰੀਏਬਲ। ਇਹ ਮੈਥਮੈਟੀਕਲ ਟਰਮਸ ਹੈਗੀਆਂ। ਠੀਕ ਹੈ, ਆਪਾਂ ਕਹੀਏ ਵੀ ਜੇਕਰ ਇਹ ਫੰਕਸ਼ਨ ਸਾਡੇ ਕੋਲ ਕਾਂਸਟੈਂਟ ਹੋਵੇ, ਕਾਂਸਟੈਂਟ ਮਤਲਬ ਦੈਟ ਡੂ ਨੋਟ ਚੇਂਜਸ ਵਿਦ ਟਾਈਮ, ਤਾਂ ਜਦੋਂ ਅਸੀਂ ਇਹਦਾ ਡਿਫਰੈਂਸ਼ੀਏਸ਼ਨ ਕਰਨਾ ਤੇ ਇਹਨੂੰ ਆਪਾਂ ਐਂ ਕਰਦੇ ਹਾਂ ਵਿਦ ਰਿਸਪੈਕਟ ਟੂ ਐਕਸ। ਇਹਨੂੰ ਇਸ ਤਰ੍ਹਾਂ ਲਿਖਾਂਗੇ, ਇਹਦੀ ਵੈਲਿਊ ਕੀ ਆਊਗੀ ਬੇਟੇ 0। ਜਿਹੜੀ ਚੀਜ਼ ਆਪਾਂ ਯਾਦ ਰੱਖਣੀ ਹੈ ਵੀ ਡਿਫਰੈਂਸ਼ੀਏਸ਼ਨ ਆਫ ਏ ਕਾਂਸਟੈਂਟ ਕੀ ਹੁੰਦਾ, 0 ਹੁੰਦਾ। ਕਿਉਂਕਿ ਜਿਹੜਾ ਡਿਫਰੈਂਸ਼ੀਏਸ਼ਨ ਉਹ ਕੀ ਦੱਸਦਾ, ਵੈਲਿਊ ਆਫ ਸਮਥਿੰਗ ਐਟ ਏ ਪੁਆਇੰਟ। ਠੀਕ ਹੈ, ਉਹ ਵੈਲਿਊ ਚੇਂਜ ਕਿੰਨੀ ਹੋ ਰਹੀ ਹੈ ਉਹਨੂੰ ਡਿਫਰੈਂਸ਼ੀਏਸ਼ਨ ਦੱਸਦਾ, ਡੈਲਟਾ ਟੀ ਅਪਰੋਚਿਸ ਟੂ 0। ਕਾਂਸਟੈਂਟ ਦਾ ਮਤਲਬ ਕੀ ਹੈ ਵੀ ਇਹ ਚੇਂਜ ਨਹੀਂ ਹੋ ਰਿਹਾ। ਬਾਏ ਡੀਐਕਸ ਦਾ ਮਤਲਬ ਕੀ ਹੈ, ਆਪਾਂ ਡਿਫਰੈਂਸ਼ੀਏਸ਼ਨ ਕਿਹਦੇ ਵਿਦ ਰਿਸਪੈਕਟ ਟੂ ਕਰ ਰਹੇ ਹਾਂ, ਐਕਸ ਦੇ ਵਿਦ ਰਿਸਪੈਕਟ ਟੂ ਚੇਂਜ ਕੈਲਕੂਲੇਟ ਕਰ ਰਹੇ ਹਾਂ। ਚੇਂਜ ਕੀ ਚੈੱਕ ਕਰ ਰਹੇ ਹਾਂ, ਵਿਦ ਰਿਸਪੈਕਟ ਟੂ ਐਕਸ। ਬਟ ਜਿਹੜੀ ਚੀਜ਼ ਕਾਂਸਟੈਂਟ ਹੈ ਉਹਨੇ ਆਪਣੇ ਕੋਲੇ ਕੀ ਹੈ, ਚੇਂਜ ਨਹੀਂ ਹੋਣਾ, ਇਸ ਲਈ ਉਹਦਾ ਡਿਫਰੈਂਸ਼ੀਏਸ਼ਨ ਸਾਡੇ ਕੋਲ ਕੀ ਹੋਊਗਾ, 0। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ। ਸੈਕਿੰਡ ਆਪਾਂ ਲਿਖੀਏ ਕੋਈ ਫੰਕਸ਼ਨ y ਹੈ, ਉਹ ਆਪਣੇ ਕੋਲ ਇਸ ਤਰ੍ਹਾਂ ਨਾਲ c ਇੰਟੂ u। ਜਿਹੜਾ u ਹੈ ਸਾਡੇ ਕੋਲੇ ਉਹ ਫੰਕਸ਼ਨ ਆਫ x ਹੈ, u x ਨਾਲ ਚੇਂਜ ਕਰਦਾ। ਕਲੀਅਰ ਹੋਇਆ ਕਿ ਨਹੀਂ। ਜੇ ਮੈਂ ਇਹਦਾ ਡਿਫਰੈਂਸ਼ੀਏਸ਼ਨ ਕਰਾਂ ਵਿਦ ਰਿਸਪੈਕਟ ਟੂ x dy/dx, ਧਿਆਨ ਨਾਲ ਸਮਝਦੇ ਜਾਓ, ਯਾਦ ਹੀ ਕਰਨੇ ਬਸ ਆਪਾਂ। ਇੱਥੇ ਆਏਗਾ cu, ਤਾਂ ਆਹ ਕਾਂਸਟੈਂਟ ਹੈ ਨਾ ਜਿਹੜਾ ਬੇਟੇ ਡਿਫਰੈਂਸ਼ੀਏਸ਼ਨ ਤੋਂ ਬਾਹਰ ਨਿਕਲ ਜਾਂਦਾ, ਕਿਉਂਕਿ ਇਹ ਚੇਂਜ ਹੀ ਨਹੀਂ ਕਰਦਾ, ਤੇ ਇਕੁਏਸ਼ਨ ਬਣ ਜੂਗੀ du/dx। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਠੀਕ ਹੈ, ਜਿਵੇਂ ਮੰਨ ਲਓ ਆਪਣੇ ਕੋਲ ਇਹ ਹੈ ਐਗਜ਼ਾਮਪਲ ਆਪਾਂ ਲਈਏ ਵੀ y ਇਜ਼ ਇਕੁਅਲ ਟੂ 3x, y ਇਜ਼ ਇਕੁਅਲ ਟੂ 3x, ਇਹਦਾ ਡਿਫਰੈਂਸ਼ੀਏਸ਼ਨ ਕਰੋ ਤਾਂ ਡਿਫਰੈਂਸ਼ੀਏਸ਼ਨ ਤਾਂ ਹੀ ਹੋਊਗਾ dy/dx, ਤੇ ਬਣ ਜੂਗਾ d/dx ਆਫ 3x। ਤਾਂ 3 ਕਾਂਸਟੈਂਟ ਹੈ, 3 ਬਾਹਰ ਆ ਜਾਊਗਾ, ਇਕੁਏਸ਼ਨ ਕੀ ਬਣ ਜੂ dx/dx। ਇਹਦਾ ਮਤਲਬ ਇਹਦਾ ਡਿਫਰੈਂਸ਼ੀਏਸ਼ਨ ਆਪਣੇ ਕੋਲ ਕਿੰਨਾ ਆ ਜਾਊਗਾ, 3। ਦੱਸੋ ਬੇਟੇ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਕਲੀਅਰ ਹੈ ਬੇਟੇ, ਯੈਸ ਨੂੰ ਤਾਂ ਦੱਸੋ ਬੇਟੇ। ਕਹਿਣ ਦਾ ਮਤਲਬ ਜਦੋਂ ਕੋਈ ਫੰਕਸ਼ਨ ਹੈ ਜਿਹੜਾ ਉਹ ਚੇਂਜ ਕਰਦਾ, ਉਹਦੇ ਨਾਲ ਮਲਟੀਪਲਾਈ ਹੋਵੇ ਕੋਈ ਕਾਂਸਟੈਂਟ ਦਾ ਡਿਫਰੈਂਸ਼ੀਏਸ਼ਨ ਕਰਾਂਗੇ ਤਾਂ ਉਹ ਕਾਂਸਟੈਂਟ ਬਾਹਰ ਚਲਾ ਜਾਏਗਾ। ਇਹ ਆਪਾਂ ਯਾਦ ਕਰਨੇ ਆ ਸਾਰੇ ਫਾਰਮੂਲੇ। ਮੰਨ ਲਓ ਕੋਈ ਫੰਕਸ਼ਨ ਹੈ ਆਪਣੇ ਕੋਲੇ u + v + w, ਕੋਈ 3 ਫੰਕਸ਼ਨ ਹੈ ਜਿਹੜੇ ਤਿੰਨੇ x ਤੇ ਡਿਪੈਂਡ ਕਰਦੇ ਆ, ਪਰ ਉਹਨਾਂ ਦਾ ਕੀ ਹੈ, ਸਮ ਹੈ। ਕੀ ਹੋ ਰਿਹਾ, ਸਮ। ਤਾਂ ਜਦੋਂ ਅਸੀਂ ਇਹਦਾ ਡਿਫਰੈਂਸ਼ੀਏਸ਼ਨ ਕੈਲਕੂਲੇਟ ਕਰਾਂਗੇ ਤਾਂ ਸਾਡੇ ਕੋਲ ਕੀ ਆਊਗਾ,
डी बाय डी पहले का डिफरेंशिएशन अलग होगा प्लस सैकेंड का अलग होगा तो थर्ड का अलग होगा। दसो बेटे पॉइंट क्लीयर होया कि नहीं होया? जिवें आई अपने को इक्वेशन सी इक्वेशन जिवें मान लो अपने को 5x + 7x इस तरह की इक्वेशन है अपने को, इनका आप डिफरेंशिएशन करना है। तो डिफरेंशिएशन किवें होगा जो इनका डी वाई बाय डी एक्स विद रिस्पेक्ट टू एक्स करांगे तो पहले का अलग कैलकुलेट करांगे 5 बाहर आ जाऊगा डी एक्स बाय डी एक्स रह जाऊगा प्लस इनका अलग कैलकुलेट करांगे इहदे चो 7 बाहर आ जाऊगा डी एक्स बाय डी एक्स। क्लीयर होया कि नहीं होया बेटे? आ कैंसल हो जूगा 7 + 5 12। कहने का मतलब जो किसी फंक्शन का सम दिता हो डिफरेंशिएशन करना हो कल्ले कल्ले का डिफरेंशिएशन अलग अलग होएगा। जो किसी कॉन्सटेंट नाल मल्टीप्लाई किया हो कॉन्सटेंट बाहर हो जाएगा। तो पहली प्रॉपर्टी की कहती सी भी जेकर किसी कॉन्सटेंट का डिफरेंशिएशन करना है तो वह की आएगा 0। किसी कॉन्सटेंट का डिफरेंशिएशन अपने को की आएगा 0। ये पॉइंट क्लीयर होया कि नहीं है बेटे? हुण देखो उस तरह नाल अपने कोल कोई फंक्शन है y = u * v इहनूं कहंदे u v फार्मूला। ये तुसीं कीते कि नहीं कीते बेटे? हाँ +2 च मैनूं लगदा y = u * v कहने का मतलब कोई फंक्शन y है वो दो फंक्शन की गांह गुणा है तो दोवें फंक्शन की है वो x से डिपेंड करते हैं। एक्स से मैं कह रहा क्योंकि असं डी बाय डी एक्स कढ़ रहे हैं तो विद रिस्पैक्ट टू टाइम भी कर सकते हैं जिवें मर्जी। कहने का मतलब यू तो वी की वेरीएबल है, यू तो वी फंक्शन अपने को वेरीएबल है। तो असीं इहदा डिफरेंशिएशन किवें करांगे बेटे? यू वी फार्मूले अपने को इस तरह ध्यान नाल देखो विच आ जाएगा यू इत्थे आ जाएगा वी। इहनूं कहने आपां फर्स्ट फंक्शन, इहनूं आपां कहने सैकेंड फंक्शन। तो जो इनका डिफरेंशिएशन करना तो फार्मूला की है पहला फर्स्ट फंक्शन बाहर लिख लो फर्स्ट फंक्शन इंटू डिफरेंशिएशन ऑफ सेकंड प्लस सेकंड फंक्शन इंटू डिफरेंशिएशन ऑफ फर्स्ट। क्लीयर होया कि नहीं होया? बोलो बेटे मेरे नाल। यू वी का मतलब है प्रोडक्ट रूल। यू वी अपने को की है प्रोडक्ट रूल डी बाय डी एक्स ऑफ यू वी। तो पहले नु क्या फर्स्ट फंक्शन इनू क्या सेकंड फंक्शन। बोलो बेटे मेरे नाल फर्स्ट फंक्शन इंटू डिफरेंशिएशन ऑफ सेकंड प्लस सेकंड फंक्शन इंटू डिफरेंशिएशन ऑफ फर्स्ट। इनू इस तरह नाल ही जबान से चढ़ा लेना यू वी फार्मूला जो पहला फर्स्ट फंक्शन है सेकंड बोलो फर्स्ट फंक्शन इंटू डिफरेंशिएशन ऑफ सेकंड प्लस सेकंड फंक्शन इंटू डिफरेंशिएशन ऑफ फर्स्ट इंटू डिफरेंशिएशन ऑफ फर्स्ट। मान लो अपने को कोई इक्वेशन दी है y = xz एक्स ते जेड दोवें वेरीएबल है एक्स जेड मान लो दोवें वेरीएबल है असं आ चीज कैलकुलेट करनी है डी वाई बाय डी एक्स। तो आ फर्स्ट फंक्शन है आ सेकंड फंक्शन है पहला की फर्स्ट फंक्शन इंटू डिफरेंशिएशन ऑफ सेकंड प्लस सेकंड फंक्शन इंटू डिफरेंशिएशन ऑफ फर्स्ट। इस तरह नाले फार्मूला दसो बेटे क्लीयर होया कि नहीं होया? ये अपने को की सी प्रोडक्ट रूल ये अपने को की सी बेटे प्रोडक्ट रूल। इन्हों याद कर लेना क्योंकि अगे आप इन्हों जाके ना यूज करांगे डिफरेंशिएशन आप कर रहे हैं। ठीक है लो हुण आ गया यू बाय वी रूल कहना मतलब डिवीजन रूल डिफरेंशिएशन की गल कर रहे हैं। कोई फंक्शन इस तरह का यू बाय वी आ फर्स्ट फंक्शन है आ सेकंड फंक्शन है। देखो बेटे मैं पंजाबी मीडियम च पढ़िया सीगा
ਤੇ ਮੈਂ ਆਪਦੀ ਜ਼ੁਬਾਨ ਤੇ ਉਵੇਂ ਜਿਵੇਂ ਪੰਜਾਬੀ ਦੇ ਵਿੱਚ ਯਾਦ ਕਰਦੇ ਆ ਮੈਂ ਉਵੇਂ ਯਾਦ ਕੀਤਾ ਹੋਇਆ। ਇਹਨੂੰ ਮੈਂ ਕਹਿੰਦਾ ਸੀ ਥੱਲੇ ਵਾਲਾ ਫੰਕਸ਼ਨ, ਇੰਗਲਿਸ਼ ਤੁਸੀਂ ਕਹਿੰਦੇ ਡਿਨੋਮੀਨੇਟਰ, ਇੰਗਲਿਸ਼ ਕਹਿੰਦੇ ਇਹਨੂੰ ਨਿਓਮੀਨੇਟਰ, ਕਿਉਂਕਿ ਮੈਂ ਪੰਜਾਬੀ ਮੀਡੀਅਮ 'ਚ ਪੜ੍ਹਿਆ ਸੀ। ਮੈਂ ਕਹਿੰਦਾ ਸੀ ਥੱਲੇ ਵਾਲਾ ਫੰਕਸ਼ਨ ਤੇ ਉੱਪਰ ਵਾਲਾ ਫੰਕਸ਼ਨ, ਤੇ ਮੇਰੀ ਜ਼ੁਬਾਨ ਤੇ ਕਿਵੇਂ ਚੜਿਆ ਹੋਇਆ ਇਹ ਜਦੋਂ ਆਪਾਂ ਇਹਨੂੰ ਸੋਲਵ ਕਰਦੇ ਹਾਂ। ਦੇਖੋ ਯੂ ਫਾਰਮੂਲਾ ਕੀ ਹੈ, ਥੱਲੇ ਵਾਲੇ ਦਾ ਸਕੇਅਰ ਇੰਟੂ ਥੱਲੇ ਵਾਲਾ डिफरेंशिएशन ऑफ ऊपर वाला फंक्शन माइनस ऊपर वाला फंक्शन इंटू डिफरेंशिएशन ऑफ थल्ले वाला फंक्शन। ठीक है जी, ये मेरी जबान से इस तरह नाल चढ़िया होया। तुसीं इहनूं जिवें मर्जी याद कर सकते हैं, न्यूमीनेटर डिनोमीनेटर की फॉर्म च करना तो उस तरह नाल कर सकते हैं जिवें तुहानूं वधिया लगे। बेसिकली इहदे च हैगा कि ये जिहड़ा फंक्शन अपने कोले डिनोमीनेटर दे विच है उहदा स्केयर कर देना। ठीक है जी, उहदा की कर देना आपां स्केयर कर देना, ਤੇ ਜਿਹੜਾ ਇਦਾਂ ਥੱਲੇ ਸਕੇਅਰ ਕੀਤਾ ਉਹਨੂੰ ਉੱਪਰ ਲਿਖ ਲੈਣਾ, ਜਿਹੜੀ ਟਰਮ ਬਚ ਗਈ ਉਹਦਾ ਡਿਫਰੈਂਸ਼ੀਏਸ਼ਨ ਕਰ ਦੇਣਾ, ਫਿਰ ਮਾਈਨਸ ਦਾ ਨਿਸ਼ਾਨ ਲਾ ਕੇ ਇਹਨੂੰ ਉਲਟਾ ਦੇਣਾ, ਯੂ ਨੂੰ ਬਾਹਰ ਕੱਢ ਲੈਣਾ, ਵੀ ਦਾ ਡਿਫਰੈਂਸ਼ੀਏਸ਼ਨ ਕਰ ਦੇਣਾ। ਇਹ ਆਪਣੇ ਕੋਲੇ ਕੀ ਹੈ ਬੇਟੇ, ਯੂ ਬਾਈ ਵੀ ਫਾਰਮੂਲਾ। ਸਮਝ ਲੱਗੀ ਕਿ ਨਹੀਂ ਲੱਗੀ ਬੇਟੇ? ਜੇ ਪ੍ਰੋਡਕਟ ਦੀ ਫਾਰਮ ਦੇ ਵਿੱਚ ਕੋਈ ਫਾਰਮੂਲਾ ਆਪਣੇ ਕੋਲ ਦਿੱਤਾ ਹੋਇਆ ਤਾਂ ਉਹਨੂੰ ਆਪਾਂ ਇਸ ਤਰੀਕੇ ਦੇ ਨਾਲ ਹੀ ਜਿਹੜਾ ਅਸੀਂ ਉਹ ਸੋਲਵ ਕਰਦੇ ਹਾਂ। ਉਹਨੂੰ ਆਪਾਂ ਕਹਿੰਦੇ ਯੂ ਵੀ ਫਾਰਮੂਲਾ। ਜਿਵੇਂ ਮੰਨ ਲਓ ਆਪਣੇ ਕੋਲ ਦਿੱਤਾ ਹੋਇਆ ਸੀ y ਇਜ਼ ਇਕੁਅਲ ਟੂ ਯੂ ਬਾਈ ਵੀ, ਆਪਾਂ ਇਹਦਾ dy ਬਾਈ dx ਕੱਢਣਾ ਤਾਂ ਕਿਸ ਤਰ੍ਹਾਂ ਨਾਲ ਕੱਢਾਂਗੇ? ਆਪਾਂ ਕਹਾਂਗੇ ਸਕੇਅਰ ਆਫ ਦੀ ਡਿਨੋਮੀਨੇਟਰ। ਜੇ ਮੈਂ ਯਾਦ ਕਿਵੇਂ ਕੀਤਾ ਸੀ, ਥੱਲੇ ਵਾਲੇ ਦਾ ਸਕੇਅਰ ऊपर वाला फंक्शन, थल्ले वाले का स्केयर इंटू थल्ले वाला फंक्शन इंटू डिफरेंशिएशन ऑफ ऊपर वाला फंक्शन माइनस ऊपर वाला फंक्शन इंटू डिफरेंशिएशन ऑफ थल्ले वाला फंक्शन। ठीक है जी, मैं इस तरह नाल याद किया सी, तुहानूं जिवें कंफर्टेबल लगदा तुसीं उवें कर सकदे हो। न्यूमीनेटर का ते डिनोमीनेटर की फॉर्म च करना, तो न्यूमीनेटर है ये डिनोमीनेटर, तो आप ये कह सकते हैं डिनोमीनेटर का स्केयर डिनोमीनेटर इंटू डिफरेंशिएशन ऑफ न्यूमीनेटर माइनस न्यूमीनेटर इंटू डिफरेंशिएशन ऑफ डिनोमीनेटर। समझ लगी कि नहीं लगी बेटे? याद रखने का तरीका की है, जबान के उत्ते ये रिदम चढ़ाना पैंदा, जिवें थल्ले वाले का स्केयर थल्ले वाला फंक्शन इंटू डिफरेंशिएशन ऑफ ऊपर वाला माइनस ऊपर वाला इंटू डिफरेंशिएशन ऑफ थल्ले वाला। ठीक है, जिवें जिवें भी तुहानूं वधिया लगदा। हुण मैं पंजाबी मीडियम च पढ़िया सीगा शुरू तो लैके, तो मैं उस तरीके नाल मेरे दिमाग दे विच चीज़ चढ़ी हुई है। ठीक है, बेसिकली जी चीज़ याद रखने वाली है भी कोई भी यू भी फंक्शन करना है तो जी टर्म थले लिखी हुई है डिनोमीनेटर उनका स्केयर कर देना, फिर उस टर्म को उपर लिख लेना, तो नाल वाली टर्म का की कर देना डिफरेंशिएशन, माइनस का निशान ला के यू वाली टर्म को बाहर कर देना, वी अंदर लै जाना उनका डिफरेंशिएशन। सबसे बड़े पॉइंट क्लीयर होया कि नहीं होया? लो हाँ जी बेटे, एग्जाम कोई भी ले लो एग्जाम्पल, तो आप कर लें। मान लो y इज इक्वल टू अपने को x बाय z, अगे आप करांगे निरियां एग्जाम्पल्स आउणगियां। ठीक है जी, बुक दे विचों वेखां कोई, चलो एक बार इहदे नाल समझो। मान लो अपने को फंक्शन दिता होया x बाय z, आप इहदा डिफरेंशिएशन करना है dy बाय dx। आ न्यूमीनेटर है डिनोमीनेटर, तो की करांगे? पहला की करांगे बेटे, डिनोमीनेटर का स्केयर डिनोमीनेटर इंटू डिफरेंशिएशन ऑफ न्यूमीरेटर माइनस न्यूमीरेटर इंटू डिफरेंशिएशन ऑफ डिनोमीनेटर। दसो बेटे पॉइंट क्लियर होया कि नहीं होया? पता लग गया कि नहीं लग गया? ठीक है, लो मैं बुक के मैंने एग्जाम्पल एक लभ गई, मैं तुहानूं दसदा। नैक्सट पेज पे करते हैं। कोई फंक्शन दिता होया अपने को, ध्यान नाल देखो, डिस्टरबेंस आ रही है बेटे जिंदे माइक दे विच प्लीज म्यूट कर लिया करो। आ दिता है मॉडर्न की बुक दे विच पेज नंबर 11 मैथमेटिकल टूल्स, उहदे च आ दिता होया तो कहंदा कि ये फाइंड द डेरिवेटिव ऑफ द फॉलोइंग, फाइंड द डेरिवेटिव ऑफ द फॉलोइंग टर्म विद रिस्पेक्ट टू एक्स। इनका डेरिवेटिव आप कैलकुलेट करना है। पता लग गया बेटे?
ਕੀ ਕਰਨਾ ਆਪਾਂ ਇਹਦਾ ਡੈਰੀਵੇਟਿਵ। ਤਾਂ ਤੁਸੀਂ ਦੇਖੋ ਜਿਹੜਾ ਫੰਕਸ਼ਨ ਆਪਣੇ ਕੋਲੇ ਦਿੱਤਾ ਹੋਇਆ ਹੈ ਇਹ ਕਿਸ ਤਰ੍ਹਾਂ ਨਾਲ ਦਿੱਤਾ ਹੋਇਆ ਹੈ, ਵਿਦ ਰਿਸਪੈਕਟ ਟੂ ਐਕਸ ਕੈਲਕੂਲੇਟ ਕਰਨਾ ਹੈ ਤੇ ਇਹ ਵੇਰੀਏਬਲ ਇਨ ਐਕਸ ਹੀ ਹੈ। ਤਾਂ ਮੈਥਡ ਕੀ ਕਹਿੰਦਾ ਹੈ, ਮੈਥਡ ਕਹਿੰਦਾ ਹੈ ਵੀ ਆ ਨਿਊਮੀਨੇਟਰ ਹੈ, ਆ ਡਿਨੋਮੀਨੇਟਰ ਹੈ। ਤਾਂ ਫਾਰਮੂਲਾ ਕੀ ਕਹਿੰਦਾ, ਡਿਨੋਮੀਨੇਟਰ ਦਾ ਸਕੇਅਰ x ਮਾਈਨਸ 3 ਦਾ ਸਕੇਅਰ। ਬੋਲੋ ਬੇਟੇ ਤੁਸੀਂ ਦੱਸੋ ਇਸ ਤੋਂ ਬਾਅਦ ਕੀ ਹੋਏਗਾ, ਬੋਲੋ ਡਿਨੋਮੀਨੇਟਰ ਦਾ ਸਕੇਅਰ। ਨੈਕਸਟ ਆਪਣੇ ਕੋਲ ਉੱਪਰ ਕੀ ਟਰਮ ਆਊਗੀ, ਡਿਨੋਮੀਨੇਟਰ ਇਨਟੂ ਡਿਫਰੈਂਸ਼ੀਏਸ਼ਨ ਆਫ ਨਿਊਮੀਨੇਟਰ ਮਾਈਨਸ ਨਿਊਮੀਨੇਟਰ ਇਨਟੂ ਡਿਫਰੈਂਸ਼ੀਏਸ਼ਨ ਆਫ डिनोमिनेटर। दसो बेटे पॉइंट क्लियर होया कि नहीं होया, बोलो बेटे मेरे पीछे, फिर तुहाडी जुबान, हाँ बोलो पीछे चढ़ेगा तुहाडी जुबान के उपर। कोई भी अपने को फंक्शन दिता है वाई इज इक्वल टू, मान लो कोई भी है u बाय v, तो इनू ऐ याद कर लो, आ उपर वाली टर्म होंदी है न्यूमीनेटर, नीचे वाली होंदी डिनोमीनेटर। तो की लिखांगे बेटे, डिनोमीनेटर का स्केयर, बोलो डिनोमीनेटर का स्केयर, बोलो बेटे याद नहीं है, डिनोमीनेटर इनटू डिफरेंशिएशन ऑफ न्यूमीनेटर, डिफरेंशिएशन ऑफ न्यूमीरेटर माइनस न्यूमीरेटर इनटू डिफरेंशिएशन ऑफ डिनोमीनेटर। होर इनू सौखा कर दें, न्यूमीनेटर डिनोमीनेटर की फॉर्म च लिख देना, फिर तुहानू होर याद रहूगा। एन बाय डी लिख लेने, कोई फंक्शन अपने को की है इस तरह नाल तुसीं दसना, ये न्यूमीनेटर है, ये डिनोमीनेटर है, तो इनका डिफरेंशिएशन करना डी वाई बाय डी एक्स। की फार्मूला बनेगा दसो, डिनोमीनेटर का स्केयर डिनोमीनेटर इनटू डिफरेंशिएशन ऑफ न्यूमीरेटर, हुण इनू उल्टा दो, माइनस इनटू शाबाश बेटे वेरी गुड। दोबारा बोलो, डिनोमीनेटर का स्केयर डिनोमीनेटर इनटू डिफरेंशिएशन ऑफ न्यूमीरेटर माइनस न्यूमीरेटर इनटू डिफरेंशिएशन ऑफ डिनोमीनेटर। हो गया याद बेटे। हुण इसे नूं वेखो, नुमैरिकल जिहड़ा अपने कोल उपर दिता होया है, ये ना बेटे आपां नूं मैथ नहीं आउणा उत्थे, पर ये किसी भी थां ते फॉर्म बन सकदी है, उत्थे सानूं पता होना चाहिए किवें सॉल्व करना है। अगर कोई न्यूमीनेटर है डिनोमीनेटर है, तो फार्मूला की डिनोमीनेटर का स्केयर डिनोमीनेटर इनटू डिफरेंशिएशन ऑफ न्यूमीरेटर माइनस न्यूमीरेटर इनटू डिफरेंशिएशन ऑफ डिनोमीनेटर। ठीक है, हुण इहनूं सॉल्व करो, बाहर वाली टर्म तो उवें रह गई, ऊपर सॉल्व करते हैं, डी बाय डी एक्स। देखो बेटे आ कांस्टेंट है, आ पावर है, तो कांस्टेंट टर्म की आएगी, बाहर आ जाएगी। इन्हें थोड़ा होल्ड ते रखो, पावर वाला फार्मूला भी तुहानूं करा दें। ये देखो नैक्सट है पावर, मान लो अपने को कोई फंक्शन है वो इस तरह नाल है, y इज इक्वल टू एक्स की पावर n, इनू किस तरह नाल डिफरेंशिएशन करांगे विद रिस्पेक्ट टू x। याद रखो पावर अगे आ जाएगी n इंटू एक्स की पावर n माइनस 1। सब तो वध फार्मूला आप यूज करना, दिमाग से बिठा लो, n अगे आ जाएगी, पावर अगे आ जाएगी, n इंटू एक्स की पावर n माइनस 1 इंटू जी भी टर्म दी जिवें इत्थे एक्स है डी एक्स बाय डी एक्स। ये आप लिखते नहीं, पेपर च गलती होंगी इत्थे, क्योंकि कट के 1 आ जाना, क्योंकि एक्स ही फंक्शन है तो एक्स नाल ही डिफरेंशिएशन है, तां करके लोड़ नहीं पैंदी। बट जे ये फंक्शन अपने को इस तरह नाल हुंदा है वाई इज इक्वल टू जैड की पावर n, तो डिफरेंशिएशन आप करते एक्स नाल, की बनना सी बेटे, पावर अगे आ जाएगी जैड की पावर n माइनस 1 इंटू डी जैड बाय डी एक्स। दसो बेटे आ पॉइंट क्लीयर होया कि नहीं होया।
बोलो फिर जो कोई पावर की फॉर्म च दिता हो एक्स की पावर एन है या जैड की पावर एन है तो डिफरेंसीएशन की आएगा एन एक्स की पावर या जैड की पावर एन -1। बोलो एन जैड की पावर एन -1 इंटू डिफरेंसीएशन ऑफ जैड। हाँ ठीक है, जिमें अपने को हम देखो पहले वाले सवाल पे आ जाओ। देखो अपने को की है डी बाय डी एक्स ऑफ एक्स की पावर 5 है, कहता की बनूगा बेटे डिफरेंसीएशन, पावर अगे आ जाएगी तो एक्स की पावर 1 घट जाएगी, एन -1 का मतलब 5 - 1 कितना आ जाएगा 4। ये सॉल्व हो गया, हाँ इन्ना इन्ना स्टैप सॉल्व हो गया। उससे बेटे क्लीयर होया कि नहीं होया। एन इंटू एक्स दी एन -1 5 अगे आ गया, 5 -1 4। सिमिलरली हम इनू सॉल्व करो, आ टर्म उवें दी उवें रहेगी, 9 एनी टर्म ते ब्रैकेट है बेटे, आ सारी नाल मल्टीप्लाई है। इनू दसो किवें सॉल्व करांगे। इत्थे एक्स की पावर कितनी है बेटे 1, एक्स की पावर कितनी है बोलो बेटे हाँ 1 अगे आ जाएगा, नाल आऊगा एक्स की पावर 1 -1 0, 1 -1 आई फार्मूला। एक्स दी एन का डिफरेंसीएशन की होंगे एन इंटू एक्स दी एन -1 इंटू डिफरेंसीएशन ऑफ एक्स, जी आ टर्म हैगी इन दोबारा डिफरेंसीएशन। हम असं इनू सॉल्व किया, 1 अगे आ गया 1 -1 0, डी एक्स बाय डी एक्स की आ गया 1 आ गया माइनस, हम आप किया ना ए प्लस बी, ए प्लस बी की डिफरेंसीएशन हो ए की भी डिफरेंसीएशन होएगी बी की भी डिफरेंसीएशन होएगी, बट 3 अपने को की है बेटे कॉन्स्टेंट, कॉन्स्टेंट की डिफरेंसीएशन की होंगी बेटे 0, कॉन्स्टेंट की डिफरेंसीएशन की होंगी है 0। दसो बेटे पॉइंट क्लीयर होया कि नहीं होया। नीचे अपने को की है एक्स -3 का स्केयर, जो असं सॉल्व किया बन गया एक्स -3 मल्टीप्लाई बाय 9 5 45, ठीक है जी। एक्स की पावर 4 माइनस एक्स की पावर 0, किसी भी चीज की 0 पावर की होंगी 1 होंगी है, की होंगी बेटे किसी भी चीज की पावर 0 की होगी 1, मतलब आ टर्म तो खत्म ही होगी, इतने इतने 1 रह गया, 1 नाल मल्टीप्लाई किया है 9 एक्स की पावर 5, नीचे अपने को आ गया एक्स -3 का स्केयर, ये डिफरेंसीएशन है। दसो बेटे पॉइंट क्लीयर होया कि नहीं होया। यू बाई वी समझ लगी कि नहीं लगी बेटे। हाँ जी पुत्र, डी एक्स बाय डी एक्स 1 हो जू ना, क्योंकि डिफरेंसीएशन एक्स नाल ही है ना बेटे। मैं भी तुहानू इत्थे दस्सिया सी ना, मैं क्या डिफरेंसीएशन एक्स के नाल ही होने करके डी एक्स बाय डी एक्स होने करके उनकी वैल्यू 1 आ जाती है। गल नूं समझो, आ देखो कोई फंक्शन है अपने को, मान लो y इज इक्वल टू एक्स दी 5, जे मैं इनू डिफरेंशिएट करा विद रिस्पेक्ट टू एक्स तो डी वाई बाई डी एक्स आएगा, ये आ जाऊगा 5 एक्स की पावर 4 इंटू डी एक्स बाय डी एक्स, जी भी टर्म इतने दी उनका डिफरेंसीएशन विद रिस्पेक्ट टू दिस, तो डी एक्स बाय डी एक्स 1 हो गया, तो आप सीधा ही लिख दें एक्स की 4। पर जो यही टर्म अपने को दी होंगी वाई इज इक्वल टू एक्स की 5, तो मैं डिफरेंसीएशन करदा विद रिस्पेक्ट टू जेड, तो इतने तो ही बनना सी 5 इंटू एक्स की पावर 4 इंटू डी एक्स बाय डी जेड, इतने की होना सी डी एक्स बाय डी जेड। पॉइंट क्लीयर होया कि नहीं है बेटे। जो एक्स का डिफरेंसीएशन विद रिस्पेक्ट टू एक्स ही करी जाने तो टर्म आप लिखते नहीं, अपन पता होंगे भी इतने 1 आ जाऊ, तो आप बोलते भी आई है, इनू बोलते भी आई है 5 इंटू एक्स की पावर 4 बस, बट वो सानू चीज अंडरस्टूड होंगी है भी नाल इतने की सी डी एक्स बाय डी एक्स, वो 1 हो गया। दसो बेटे पॉइंट क्लीयर कि नहीं। ये सी डिफरेंसीएशन, ਜਿਹੜੇ ਅਸੀਂ ਬੇਸਿਕ ਫਾਰਮੂਲੇ ਕੀਤੇ, ਕਾਂਸਟੈਂਟ ਦਾ डिफरेंसीएशन हो गया,
ਸਮ ਦੀ ਫਾਰਮ 'ਚ ਹੋ ਗਿਆ, ਪ੍ਰੋਡਕਟ ਫਾਰਮੂਲਾ ਹੋ ਗਿਆ, ਯੂਵੀ ਫਾਰਮੂਲਾ ਹੋ ਗਿਆ। ਠੀਕ ਹੈ, ਹੁਣ ਡਿਫਰੈਂਸ਼ੀਏਸ਼ਨ ਹੈ ਟ੍ਰਿਗਨੋਮੈਟ੍ਰਿਕ ਫੰਕਸ਼ਨ ਦਾ। ਇਹ ਬੇਟੇ ਮੈਥਮੈਟੀਕਲ ਟੂਲਸ ਇੰਪੋਰਟੈਂਟ ਹੈ, ਤਾਂ ਹੀ ਤੁਹਾਨੂੰ ਕਰਵਾਏ ਜਾ ਰਹੇ ਹੈ। ਠੀਕ ਹੈ ਜੀ, ਮੈਥਮੈਟੀਕਲ ਟੂਲਸ ਆ ਗਏ ਟ੍ਰਿਗਨੋਮੈਟ੍ਰਿਕਲ ਫੰਕਸ਼ਨ ਦੇ। ਮੰਨ ਲਓ ਡੀ ਬਾਈ ਡੀ ਐਕਸ ਆਫ ਸਾਈਨ ਐਕਸ, ਸਾਈਨ ਐਕਸ ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ ਬੇਟੇ? ਕਾਸ ਐਕਸ। ਯਾਦ ਰੱਖਣਾ ਹੈ, ਸਭ ਤੋਂ ਜ਼ਿਆਦਾ ਫਾਰਮੂਲੇ ਯੂਜ਼ ਹੁੰਦੇ ਆ। ਦੱਸੋ ਬੇਟੇ, ਆ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਕਾਸ ਐਕਸ ਦਾ ਡਿਫਰੈਂਸ਼ੀਏਸ਼ਨ ਕੀ ਹੋਊਗਾ? ਮਾਈਨਸ ਸਾਈਨ ਐਕਸ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਸਾਈਨ ਐਕਸ ਦਾ ਕਾਸ ਐਕਸ, ਕਾਸ ਐਕਸ ਦਾ ਮਾਈਨਸ ਸਾਈਨ ਐਕਸ। ਠੀਕ ਹੈ ਜੀ, ਦੱਸੋ ਬੇਟੇ ਇੱਥੇ ਤੱਕ ਕੋਈ ਡਾਊਟ ਹੈ ਤਾਂ? ਕਲੀਅਰ ਹੈ। ਟੈਂਜੈਂਟ ਐਕਸ ਦਾ ਕੀ ਹੋਊਗਾ? ਡੀ ਬਾਈ ਡੀ ਐਕਸ ਆਫ ਟੈਂਜੈਂਟ ਐਕਸ, ਇਹਦਾ ਹੋਊਗਾ ਸੀਕੈਂਟ ਸਕੁਅਰ ਐਕਸ। ਕੀ ਹੋਊਗਾ ਬੇਟੇ? ਸੀਕੈਂਟ ਸਕੁਅਰ ਐਕਸ। ਠੀਕ ਹੈ ਜੀ, ਤੇ ਡੀ ਬਾਈ ਡੀ ਐਕਸ ਆਫ cot x ਕੀ ਹੋਊਗਾ? ਮਾਈਨਸ ਕੋਸੀਕੈਂਟ ਸਕੁਅਰ ਐਕਸ। ਯਾਦ ਕਰਨੇ ਬੇਟੇ ਸਾਰੇ, ਇਹਨਾਂ ਰੱਟੇ ਲਾ ਲੈਣੇ ਆਪਦੇ ਰੂਮ ਦੇ ਵਿੱਚ, ਕਾਗਜ਼ ਉੱਤੇ ਲਿਖ ਕੇ ਕੰਧ ਤੇ ਲਾ ਲਓ, ਲੰਘਦੇ ਟੱਪਦੇ ਇਹਨਾਂ ਨੂੰ ਪੜ੍ਹੀ ਜਾਓ। ਸਾਈਨ ਐਕਸ ਦਾ ਡਿਫਰੈਂਸ਼ੀਏਸ਼ਨ ਕਾਸ ਐਕਸ, ਕਾਸ ਐਕਸ ਦਾ ਮਾਈਨਸ ਸਾਈਨ ਐਕਸ, ਟੈਂਜੈਂਟ ਐਕਸ ਦਾ ਸੀਕੈਂਟ ਸਕੁਅਰ ਐਕਸ, ਕੋਟੈਂਜੈਂਟ ਐਕਸ ਦਾ ਮਾਈਨਸ ਕੋਸੀਕੈਂਟ ਸਕੁਅਰ ਐਕਸ, ਤੇ ਸੀਕੈਂਟ ਐਕਸ ਦਾ ਉਲਟ ਵਾਲੇ ਫੰਕਸ਼ਨ ਹੈ ਜਿਹੜਾ ਸੀਕੈਂਟ ਐਕਸ। ਦੇਖੋ ਸੀਕੈਂਟ ਤੋਂ ਸ਼ੁਰੂ ਹੋਇਆ ਤੇ ਸੀਕੈਂਟ ਤੋਂ ਹੀ ਇਧਰੋਂ ਸ਼ੁਰੂ ਹੋਊਗਾ, ਸੀਕੈਂਟ ਐਕਸ ਇੰਟੂ ਟੈਨ ਐਕਸ, secant x into tan x, d by dx of cosecant x, cosecant ਤੋਂ ਸ਼ੁਰੂ ਹੋਇਆ, ਇੱਥੇ ਵੀ cosecant ਤੋਂ ਹੋਊਗਾ ਪਰ ਅੱਗੇ ਮਾਈਨਸ ਲੱਗੂਗਾ, cosecant x into cot x, cosecant x into cot x। ਇੱਥੇ ਤੱਕ ਕੋਈ ਡਾਊਟ ਹੈ ਤਾਂ ਦੱਸੋ? ਕਲੀਅਰ ਹੈ ਬੇਟੇ? ਹਾਂਜੀ, ਸੌਂ ਗਏ? ਬੋਲੋ ਮੇਰੇ ਪਿੱਛੇ ਪਿੱਛੇ ਫਿਰ। डिफरेंशिएशन या डी बाई डी एक्स ऑफ साइन एक्स की होएगा बेटे? डी बाई डी एक्स ऑफ कॉस एक्स की होएगा बेटे? माइनस साइन एक्स। डी बाई डी एक्स ऑफ टैन एक्स की होएगा बेटे? सीकेंट स्केयर एक्स। क्या होगा? सीकेंट स्केयर एक्स। दोबारा बोलो, डी बाई डी एक्स ऑफ टैन एक्स, सीकेंट स्केयर एक्स। क्या होगा बेटे? डी बाई डी एक्स ऑफ कॉट एक्स की होगा बेटे? माइनस कोसिकेंट स्क्वायर एक्स। वेरी गुड, माइनस कोसिकेंट स्क्वायर एक्स। बेटे आ देखो तीन सीधे फंक्शन, आ तीन सीधे फंक्शन है, साइन कॉस ते टैन। फिर इन्हां दा उल्ट, टेंजेंट दा उल्ट हुंदा कोटेंजेंट, कॉस दा उल्ट हुंदा सीकेंट, ते साइन दा उल्ट की हुंदा कोसिकेंट। क्लियर होया कि नहीं? तीन सीधे फंक्शन, साइन कॉस ते टेंजेंट, इन्हां दा डिफरेंशिएशन, साइन दा की आ गया डिफरेंशिएशन, कॉस आ गया, कॉस दा की आ गया माइनस साइन आ गया, टेंजेंट का की आ गया अपने को सीकेंट स्क्वायर एक्स आ गया। आ तीन याद हो गए कि नहीं हो गए? डिफरेंशिएशन ऑफ साइन एक्स की होगा? कॉस एक्स, कॉस एक्स का की होगा? माइनस साइन एक्स, टेंजेंट का की होगा? माइनस सीकेंट स्क्वायर एक्स। हुण इन्हां दे उल्ट लो, इहदा उल्ट की होगा? टेंजेंट का कॉट, डी बाई डी एक्स ऑफ कॉट एक्स। कॉट एक्स का देखो सी तो शुरू होंगे कॉट, ठीक है जी, माइनस कोसिकेंट स्क्वायर एक्स, माइनस कोसिकेंट स्क्वायर एक्स। देखो ध्यान नाल देखो, टेंजेंट वाला जिहड़ा ਉਹਦੇ 'ਚ ਵੀ ਸਕੇਅਰ ਆਇਆ ਸੀ, ਤੇ ਜਿਹੜਾ ਹੁੰਦਾ ਉਲਟ ਆਊਗਾ ਉਹਦੇ 'ਚ ਵੀ ਕੀ ਆਊਗਾ? ਸਕੇਅਰ ਆਊਗਾ। ਇੱਥੇ cos ਦਾ ਉਲਟ ਸੀ, ਇੱਥੇ sin ਦਾ ਉਲਟ ਹੋ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਯਾਦ ਰੱਖਣਾ, ਦਿਮਾਗ 'ਚ ਜਿਵੇਂ ਮਰਜ਼ੀ ਬਿਠਾਓ। ਜਿਹੜੇ ਐ ਯਾਦ ਰੱਖੋ ਵੀ sin ਤੇ cos ਵਾਲੇ ਸਿੰਗਲ ਪਾਵਰ 'ਚ ਸੀ, ਟੈਂਜੈਂਟ ਦਾ ਡਿਫਰੈਂਸ਼ੀਏਸ਼ਨ ਡਬਲ ਪਾਵਰ 'ਚ ਆਉਂਦਾ।
ਟੈਂਜੈਂਟ ਦਾ ਆਉਂਦਾ ਸੀਕੈਂਟ ਸਕੁਅਰ x ਤੇ ਇਹਦਾ ਉਲਟ ਕਰਾਂਗੇ। ਦੇਖੋ ਟੈਂਜੈਂਟ ਦਾ cot ਬਣ ਜਾਣਾ, ਇੱਧਰ ਵੀ ਦੂਜੇ ਦਾ ਉਲਟ ਕਰ ਦਿਓ, ਤਾਂ cos ਦਾ ਉਲਟ ਸੀ, ਇੱਥੇ ਸਾਈਨ ਵਾਲੇ ਦਾ ਉਲਟ ਕਰ ਦਿਓ, ਮਾਈਨਸ ਦਾ ਨਿਸ਼ਾਨ ਅੱਗੇ ਆ ਜਾਊਗਾ, ਮਾਈਨਸ ਕੋਸੀਕੈਂਟ ਸਕੁਅਰ x। ਠੀਕ ਹੈ, ਉਸੇ ਤਰ੍ਹਾਂ ਜਿਹੜੇ ਆਪ ਹਾਂਜੀ ਦੱਸੋ ਬੇਟੇ। ਬਾਕੀ ਜਿਹੜੇ ਦੋ ਫੰਕਸ਼ਨ ਰਹਿ ਗਏ, ਦੇਖੋ ਇਹਨਾਂ ਦਾ ਉਲਟ ਕਰੋ, ਸਾਈਨ ਦਾ ਉਲਟ ਕੀ ਹੋਊਗਾ, ਕੋਸੀਕੈਂਟ x। ਆਹ ਤਾਂ ਅਸੀਂ ਤਿੰਨੇ, ਆਹ ਦੋ ਇੱਕੋ ਨਾਲ ਦੇ ਸੀ, ਆਹ ਦੋ ਇੱਕੋ ਨਾਲ ਦੇ ਪਾਵਰ ਵਾਲੇ, ਆਹ ਦੋਵੇਂ ਇੱਕੋ ਨਾਲ ਦੇ, d/dx ਆਫ ਸੀਕੈਂਟ x ਤੇ ਕੋਸੀਕੈਂਟ x। ਇਹ c ਤੋਂ ਸ਼ੁਰੂ ਹੁੰਦਾ ਤੇ ਇੱਧਰ ਵੀ c ਤੋਂ ਸ਼ੁਰੂ ਹੋਣਾ ਹੈ, ਗੁਣਾ ਦੀ ਫਾਰਮ 'ਚ ਬਣਨਾ। ਠੀਕ ਹੈ ਜੀ। ਪਹਿਲਾਂ ਵੀ ਵੇਖੋ ਕੋਸੀਕੈਂਟ ਵਾਲੇ ਤੇ ਮਾਈਨਸ ਆਇਆ ਸੀ ਨਾ, ਕੋਸੀਕੈਂਟ ਵਾਲੇ ਤੇ ਕੀ ਆਇਆ ਸੀਗਾ, ਮਾਈਨਸ ਆਇਆ ਸੀ, ਇੱਥੇ ਵੀ ਕੀ ਆਊਗਾ, ਮਾਈਨਸ ਆਊਗਾ। ਇਹ ਆਊਗਾ ਕੋਸੀਕੈਂਟ x ਇੰਟੂ ਕੀ ਆਊਗਾ ਬੇਟੇ, cot x। ਇਹਨਾਂ ਦੋਵਾਂ ਦੀ ਗੁਣਾ ਹੋ ਗਈ, ਇਹਨਾਂ ਦੋਵਾਂ ਦੀ ਕੀ ਹੋ ਗਈ, ਗੁਣਾ ਹੋ ਗਈ। ਪਤਾ ਲੱਗਿਆ ਕਿ ਨਹੀਂ ਲੱਗਿਆ ਬੇਟੇ। ਉਵੇਂ ਸੀਕੈਂਟ ਵਾਲਾ ਕਰਾਂਗੇ, ਸੀਕੈਂਟ ਵਾਲਾ ਕਰਾਂਗੇ ਤਾਂ ਸੀਕੈਂਟ ਤੋਂ ਹੀ ਸ਼ੁਰੂ ਹੋਊਗਾ। ਸੀਕੈਂਟ x ਦਾ ਆਪਣੇ ਕੋਲ ਡਿਫਰੈਂਸ਼ੀਏਸ਼ਨ ਕੀ ਬਣੂਗਾ ਬੇਟੇ, ਸੀਕੈਂਟ x ਇੰਟੂ tan x। ਇਹਦਾ ਉਲਟ, ਇਹਦਾ ਉਲਟ ਕੋਸੀਕੈਂਟ ਦਾ ਸੀਕੈਂਟ ਬਣਾਤਾ, cot ਦਾ tan ਬਣ ਗਿਆ। ਜਿਹੜਾ ਕੋਸੀਕੈਂਟ ਤੋਂ ਸ਼ੁਰੂ ਹੋਈ ਜਾਂਦਾ ਉਹ ਕੋਸੀਕੈਂਟ ਨਾਲ ਹੀ ਪ੍ਰੋਡਕਟ ਫਾਰਮੂਲਾ ਬਣਨਾ, ਜਿਹੜਾ ਸੀਕੈਂਟ ਤੋਂ ਸ਼ੁਰੂ ਹੋਈ ਜਾਂਦਾ ਉਹ ਸੀਕੈਂਟ ਤੋਂ ਹੀ ਸ਼ੁਰੂ ਹੋਣਾ, ਸੀਕੈਂਟ x ਇੰਟੂ tan x। ਇਹ ਫਾਰਮੂਲੇ ਸਾਰੇ ਤੁਸੀਂ ਯਾਦ ਕਰ ਲੈਣੇ ਆ। ਠੀਕ ਹੈ ਜੀ। ਦੋ ਫਾਰਮੂਲੇ ਹੋਰ ਲਿਖ ਲਓ log ਦੀ ਫਾਰਮ 'ਚ, ਜਿਹੜੇ ਆਪਣੇ ਕੋਲ ਹੈਗੇ ਆ log ਦੀ ਫਾਰਮ 'ਚ ਜਿਹੜੇ ਫਾਰਮੂਲੇ, ਉਹ ਦੇਖੋ ਆਪਣੇ ਕੋਲੇ ਕੀ ਕਹਿੰਦਾ ਹੈ, d/dx of log x in the 1/x into log of x। ਠੀਕ ਹੈ ਜੀ। ਡਿਫਰੈਂਸ਼ੀਏਸ਼ਨ ਕੀ ਇਹਦਾ, 1/x into log of x। ਜੇ ਆਪਣੇ ਕੋਲੇ ਕੀ ਹੈ, ਇੱਥੇ ਨਾ ਬੇਟੇ ਇੱਕ ਬੇਸ ਹੁੰਦਾ, ਉਹ ਹੁੰਦਾ ਐਕਸਪੋਨੈਂਸ਼ੀਅਲ ਬੇਸ, ਐਕਸਪੋਨੈਂਸ਼ੀਅਲ। ਚਲੋ ਅੱਜ ਜ਼ਿਆਦਾ ਹੋ ਗਿਆ, ਤੁਸੀਂ ਸਿੰਪਲੀ ਇਹਨੂੰ ਯਾਦ ਰੱਖੋ। ਜੇ ਤੇ ਬੇਸ ਹੈ ਜਿਹੜਾ ਐਕਸਪੋਨੈਂਸ਼ੀਅਲ ਹੋਵੇ ਨਾ, ਇਸ ਤਰ੍ਹਾਂ ਨਾਲ ਹੋਵੇ log of exponential x, ਤਾਂ ਇਹਦਾ ਹੁੰਦਾ 1/x ਬਸ। log x ਦਾ ਡਿਫਰੈਂਸ਼ੀਏਸ਼ਨ ਕੀ ਹੁੰਦਾ, 1/x। ਤੇ ਜੇ ਇੱਥੇ ਅਦਰ ਦੈਨ ਹੋਵੇ ਤਾਂ ਉਹ ਨਾਲ log, ਉਹ ਸੇਮ ਚੀਜ਼ ਹੈ ਜਿਹੜੀ ਉਹ ਮਲਟੀਪਲਾਈ ਹੋ ਜਾਂਦੀ ਹੈ। ਠੀਕ ਹੈ। ਤੇ e raised to the power x ਦਾ ਜਿਹੜਾ, ਉਹ e raised to power x ਹੀ ਹੁੰਦਾ ਡਿਫਰੈਂਸ਼ੀਏਸ਼ਨ। ਇਹ ਵੀ ਆਪਾਂ ਯਾਦ ਰੱਖ ਲੈਣਾ। ਠੀਕ ਹੈ। d/dx of e raised to power x ਆਪਣੇ ਕੋਲ ਕਹਿੰਦੇ ਬਰਾਬਰ ਹੁੰਦਾ e raised to power x। ਆਹ ਫਾਰਮੂਲੇ ਕੀ ਕਰ ਲੈਣੇ, ਯਾਦ ਕਰ ਲੈਣੇ। ਦੱਸੋ ਬੇਟੇ ਕਲੀਅਰ ਹੋਇਆ ਕਿ ਨਹੀਂ ਹੋਇਆ। ਇਹ ਡਿਫਰੈਂਸ਼ੀਏਸ਼ਨ ਦੇ ਮੋਟੇ ਫਾਰਮੂਲੇ ਜਿਹੜੇ ਯੂਜ਼ ਹੋਏ ਆ, ਉਹ ਆਪਾਂ ਲਿਖ ਲਏ। ਜਿਵੇਂ ਜਿਵੇਂ ਗਾਂ ਯੂਜ਼ ਹੁੰਦੇ ਜਾਣਗੇ ਉਵੇਂ ਉਵੇਂ ਆਪਾਂ ਕਰਦੇ ਜਾਵਾਂਗੇ। ਕੱਲ ਆਪਾਂ ਕਰਾਂਗੇ ਟ੍ਰਿਗਨੋਮੈਟ੍ਰਿਕ ਫੰਕਸ਼ਨ ਦੇ ਮਤਲਬ ਇੰਟੀਗ੍ਰੇਸ਼ਨ, ਤੇ ਉਸ ਤੋਂ ਗਾਂ ਆਪਾਂ ਜਿਹੜਾ ਆਪਣਾ ਮੇਨ ਜਿਹੜਾ ਇੱਕ ਟੌਪਿਕ ਰਹਿ ਗਿਆ ਉਹਨੂੰ ਆਪਾਂ ਕਵਰ ਕਰਾਂਗੇ, ਕਿਉਂਕਿ ਉੱਥੇ ਅਸੀਂ ਯੂਜ਼ ਕਰਨੇ ਆ। ਇਸ ਕਰਕੇ ਕੱਲ ਦਾ ਕੰਮ ਤੁਹਾਡਾ ਕੀ ਹੈ, ਤੁਸੀਂ ਜਿਹੜੇ ਅੱਜ ਤੁਹਾਨੂੰ ਸਾਰੇ ਫੰਕਸ਼ਨ ਕਰਾਏ ਆ, ਟ੍ਰਿਗਨੋਮੈਟ੍ਰਿਕ ਕਰਵਾਏ ਆ, ਡਿਫਰੈਂਸ਼ੀਏਸ਼ਨ ਕਰਾਏ, ਉਹਨਾਂ ਨੂੰ ਰੱਟੇ ਲਾ ਲੈਣੇ। 5-5 ਵਾਰੀ 10-10 ਵਾਰੀ ਲਿਖ ਕੇ ਵੇਖ ਲੈਣਾ, ਆਪਦੀ ਕੰਧ ਦੇ ਉੱਤੇ ਲਾ ਲੈਣਾ, ਬੋਲ ਬੋਲ ਕੇ ਉਹਨੂੰ ਕੀ ਕਰ ਲੈਣਾ, ਰਿਵਾਈਜ਼ ਕਰ ਲੈਣਾ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ। ਜੇ ਇਹਨਾਂ ਦੇ ਵਿੱਚ ਕੋਈ ਡਾਊਟ ਹੈ, ਕੋਈ ਚੀਜ਼ ਨਹੀਂ ਪਤਾ ਲੱਗੀ ਤਾਂ ਉਹ ਦੱਸ ਦਿਓ, ਉਹ ਆਪਾਂ ਡਿਸਕਸ ਕਰ ਲਈ। ਅਦਰਵਾਈਜ਼ ਫਿਰ ਆਪਾਂ ਕੱਲ ਤੇ ਬਾਕੀ ਕਲੀਅਰ ਹੋ ਗਿਆ। ਠੀਕ ਹੈ। ਇਹ ਫਾਰਮੂਲੇ ਇੱਕ ਕਾਪੀ ਦੇ ਉੱਤੇ ਲਿਖ ਲੈਣੇ ਆ, ਤੇ ਉਹਨੂੰ ਕੀ ਕਰਨਾ, ਉਹਦੀ ਫੋਟੋ ਖਿੱਚ ਕੇ ਜਿਹੜੀ ਉਹ ਗਰੁੱਪ ਦੇ ਵਿੱਚ ਤੁਸੀਂ ਸੈਂਡ ਕਰਨੀ। ਕੰਮ ਕਲੀਅਰ ਹੋ ਗਿਆ। ਕੀ ਹੈ ਅੱਜ ਦਾ ਤੁਹਾਡਾ ਕੰਮ, ਡਿਫਰੈਂਸ਼ੀਏਸ਼ਨ ਦੇ ਸਾਰੇ ਫਾਰਮੂਲੇ ਇੱਕ ਥਾਂ ਦੇ ਉੱਤੇ ਲਿਖ ਕੇ, ਉਹਦੀ ਪਿਕਚਰ ਕਰਕੇ, ਉਹਦੀ ਫੋਟੋ ਕਰਕੇ ਇਹਦੇ ਵਿੱਚ ਸੈਂਡ ਕਰਨੀ ਹੈ, ਗਰੁੱਪ ਦੇ ਵਿੱਚ। ਠੀਕ ਹੈ ਬੇਟੇ। ਚਲੋ ਠੀਕ ਹੈ ਬੇਟੇ।